ਤਾਂ ਉਹਦੇ ਪਿੱਛੇ ਇੱਕ ਬੜਾ ਉਹਨਾਂ ਦਾ ਕੋਟ ਮਸ਼ਹੂਰ ਆ ਜਿਹਦੇ ਵਿੱਚ ਅੰਬੇਦਕਰ ਸਾਹਿਬ ਕਹਿੰਦੇ ਆ ਕਿ ਮੈਂ ਜੰਮਿਆ ਜ਼ਰੂਰ ਹਿੰਦੂ ਸੀ ਪਰ ਮੈਂ ਮਰੂੰਗਾ ਹਿੰਦੂ ਨਹੀਂ। ਤਾਂ ਜਿਹੜਾ ਅੱਜ ਦਾ ਸਮਾਜ ਆ ਉਹਦੇ ਵਿੱਚ ਤੁਸੀਂ ਉਹਨਾਂ ਦੇ ਇਸ ਕੋਟ ਦੀ ਕੀ ਸਾਰਥਕਤਾ ਦੇਖਦੇ ਹੋ? ਉਦੋਂ ਵਿਕਾਸ ਕਰਨ ਦੇ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ। ਪਹਿਲੀ ਹੈਗੀ ਹੈ ਹਮਦਰਦੀ, ਤੇ ਦੂਜਾ ਬਰਾਬਰੀ समानता, ਤੇ तीजी आज़ादी। यानी जिस चीज़ को ख़त्म करना है और ख़त्म करने की औकात नहीं है तो उसको शामिल कर लो, आ जा मेरे पास, और उसके बाद उसका गला मरोड़ दो। ये काम बुद्धिज़्म के साथ हिंदुओं ने किया। हिंदू भी नहीं कहना चाहिए, ब्राह्मणों ने किया। बौद्ध को देखते हैं तो उसका जीवन, उसकी सोच जो है आपको हिंदुओं से बहुत अलग दिखेगी। परंपरावाद से मुक्त है, स्त्री पुरुष समानता मानते हैं। ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਰੇ ਦੇ ਸਾਰੇ ਮਤਲਬ ਬੁੱਧਿਸਟ ਕਿਉਂ ਨਹੀਂ ਬਣ ਰਹੇ ਹੈਗੇ ਨੇ। ਮੈਂ ਹੁਣ ਜਿਵੇਂ ਬਾਈ ਬਰਥ ਮੈਂ ਸਿੱਖ ਹੈਗਾ, ਮੈਨੂੰ ਇਸ ਗੱਲ ਦਾ ਰਤੇਸ਼ ਮੇਰੇ ਦੋਸਤ ਹੈਗੇ ਨੇ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੈਗੇ ਨੇ। सिखिज़्म में उल्टा जो जज्बा हमें दिखता है, मैं एक बौद्ध होना हूँ, उसके बाद भी खुले दिल से कहता हूँ कि जो जज्बा सिखिज़्म में है, जो सेवा का और मदद का, ये किसी धर्म में नहीं है। बहुत बड़ी सच्चाई है। भारत में जो दलित समाज है अगर वो सिक्खी से जुड़ता है तो क्या कोई बड़ा इनकलाब इस धरती पे आ सकता है? और इतना बड़ा धर्म अगर दलितों को मिल जाता तो जो ताकत आती वो बहुत मायने रखती। सबसे बड़ा बोन ऑफ कंटेंशन, सबसे बड़ा विवाद का विषय यही बना था कि क्या हम सिख बन जाएंगे तो हमको सेपरेट इलेक्टोरेट मिल जाएगा, लेकिन लीडर्स ने कहा कि नहीं, आपको नहीं मिलेगा। कैसे हम कास्ट की जो आइडेंटिटी है उसे ख़त्म करने की तरफ हम बढ़ सकते हैं? नहीं, देखिए, कास्ट की जो पूरी लड़ाई, जैसे बाबा साहब ने कहा था कि अगर इस देश की समस्याओं से लड़ना है और हम जाति के माध्यम से लड़ेंगे तो हम कभी सफल नहीं हो सकते। अगर हमको जीतना है तो अंतरजातीय विवाह और दूसरा चीज कहूँगा धर्मांतरण, ये दो चीज़ ही जाति को ख़त्म कर सकती एक साथ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਜਾਂ ਕਾਫੀ ਦਰਸ਼ਕ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਹੋਣਗੇ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਬ੍ਰਾਹਮਣ ਵੱਲੋਂ ਸਿਰਜਿਆ ਗਿਆ ਸਮਾਜ ਸੀ ਜਾਂ ਸੋਸ਼ਲ ਸੈਟਅਪ ਸੀ ਜਿਹੜਾ ਜਾਤ ਆਧਾਰਿਤ ਸੀ, ਉਹਦੇ ਖਿਲਾਫ ਇੱਕ ਵੱਡੀ ਮੁਹਿੰਮ ਖੜੀ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੇ ਅੱਜ ਦੇ ਦਿਨ 1956 ਦੇ ਵਿੱਚ ਭਾਵ 14 ਅਕਤੂਬਰ 1956 ਨੂੰ ਬੁੱਧ ਧਰਮ ਅਡੋਪਟ ਕੀਤਾ ਸੀ ਆਪਣੇ ਫੋਲੋਅਰਸ ਦੇ ਨਾਲ। ਅਤੇ ਇਹ ਇਵੈਂਟ ਨਾਗਪੁਰ 'ਚ ਇੱਕ ਬਹੁਤ ਵੱਡਾ ਇਵੈਂਟ ਹੋਇਆ ਸੀ ਜਿੱਥੇ ਉਹਨਾਂ ਨੇ ਬੁੱਧ ਧਰਮ ਨੂੰ ਗ੍ਰਹਿਣ ਕਰ ਲਿਆ ਸੀ। ਤਾਂ ਅੱਜ ਜਿਹੜਾ ਅੰਬੇਦਕਰਵਾਦੀ ਵਿਚਾਰ ਆ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਿਹੜੀ ਲੈਗੇਸੀ ਆ ਉਹਦੇ 'ਤੇ ਜਿਹੜੇ ਕੁਝ ਥਿੰਕਰਸ ਬੜੀ ਅਸੀਂ ਕਹਿ ਸਕਦੇ ਹਾਂ ਦ੍ਰਿੜਤਾ ਨਾਲ ਕੰਮ ਕਰ ਰਹੇ ਨੇ, ਅੱਜ ਉਹ ਸਾਡੇ ਨਾਲ ਮੌਜੂਦ ਨੇ। ਅਸੀਂ ਦਿੱਲੀ ਦੇ ਵਿੱਚ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਲਈ ਆਏ ਹਾਂ। ਮੇਰੇ ਨਾਲ ਇੱਧਰ ਗੁਰਿੰਦਰ ਆਜ਼ਾਦ ਜੀ ਮੌਜੂਦ ਨੇ ਜਿਹੜੇ ਕਿ ਲਗਾਤਾਰ ਜਿਹੜੀ ਦਲਿਤ ਚੇਤਨਾ ਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਿਹੜਾ ਵਿਚਾਰ ਆ ਉਹਦੇ 'ਤੇ ਕੰਮ ਕਰ ਰਹੇ ਨੇ। ਮੇਰੇ ਨਾਲ ਇਸ ਸਾਈਡ ਦੇ ਉੱਤੇ ਸੋਸ਼ਲ ਸਾਇੰਟਿਸਟ ਨੇ ਰਤਨੇਸ਼ ਕਾਤੁਲਕਰ ਜੀ ਜਿਹੜੇ ਕਿ ਇੰਡੀਅਨ ਸੋਸ਼ਲ ਇੰਸਟੀਚਿਊਟ ਜਿਹੜਾ ਦਿੱਲੀ 'ਚ ਆ ਉਸ ਦੇ ਵਿੱਚ ਇਹ ਜ਼ਿੰਮੇਵਾਰੀ ਨਿਭਾ ਰਹੇ ਨੇ। ਅਤੇ ਮੈਂ ਇਹਨਾਂ ਦੋਵਾਂ ਮਹਿਮਾਨਾਂ ਨੂੰ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿੰਦਰ ਆਜ਼ਾਦ ਜੀ, ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਆ ਕਿ ਜਿਹੜਾ ਅੱਜ ਇਵੈਂਟ ਵਾਪਰਿਆ ਸੀ 1956 ਦੇ ਵਿੱਚ ਜਦੋਂ ਉਹਨਾਂ ਨੇ ਬੁੱਧ ਧਰਮ ਨੂੰ ਐਮਬਰੇਸ ਕੀਤਾ, ਬੁੱਧ ਧਰਮ ਨੂੰ ਅਡੋਪਟ ਕੀਤਾ ਡਾਕਟਰ ਸਾਹਿਬ ਨੇ, ਤਾਂ ਉਹਦੇ ਪਿੱਛੇ ਇੱਕ ਬੜਾ ਉਹਨਾਂ ਦਾ ਕੋਟ ਮਸ਼ਹੂਰ ਆ ਜਿਹਦੇ ਵਿੱਚ ਅੰਬੇਦਕਰ ਸਾਹਿਬ ਕਹਿੰਦੇ ਆ ਕਿ ਮੈਂ ਜੰਮਿਆ ਜ਼ਰੂਰ ਹਿੰਦੂ ਸੀ ਪਰ ਮੈਂ ਮਰੂੰਗਾ ਹਿੰਦੂ ਨਹੀਂ। ਤਾਂ ਜਿਹੜਾ ਅੱਜ ਦਾ ਸਮਾਜ ਆ ਉਹਦੇ ਵਿੱਚ ਤੁਸੀਂ ਉਹਨਾਂ ਦੇ ਇਸ ਕੋਟ ਦੀ ਕੀ ਸਾਰਥਕਤਾ ਦੇਖਦੇ ਹੋ? ਬਹੁਤ ਹੀ ਮਹੱਤਵਪੂਰਨ ਇੱਕ ਕੋਟ ਹੈਗਾ ਉਹਨਾਂ ਦਾ, ਅਤੇ ਉਹਨਾਂ ਦਾ ਕੋਟ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਇਨ ਡੈਪਥ ਉਹਨਾਂ ਦੇ ਐਕਸਪੀਰੀਅੰਸ 'ਚੋਂ ਨਿਕਲਿਆ। ਕਿਉਂਕਿ ਇਸ ਤੋਂ ਜਦੋਂ 1936 'ਚ ਇਹਨਾਂ ਨੇ ਇਹ ਕੋਟ ਦਿੱਤਾ ਸੀਗਾ, ਅਤੇ ਜਦੋਂ ਇਹ ਆਪਣਾ ਐਨੀਲੇਸ਼ਨ ਆਫ ਕਾਸਟ ਦੇ ਗੱਲ ਆਉਂਦੀ ਹੈ, ਉਸ ਤੋਂ ਪਹਿਲਾਂ ਉਹਨਾਂ ਦੇ ਬਹੁਤ ਸਾਰੇ ਤਜਰਬਾਤ ਸੀਗੇ ਜਿਹੜੇ ਕਿ ਜਦੋਂ ਅੰਗਰੇਜ਼ਾਂ ਦੇ ਨਾਲ ਕੰਮ ਹੋ ਰਿਹਾ ਸੀਗਾ ਆਪਣੇ ਸ਼ਡਿਊਲ ਕਾਸਟ ਕਮਿਊਨਿਟੀਜ਼ ਨੂੰ ਲੈ ਕੇ ਉਹ ਕਰ ਰਹੇ ਸੀਗੇ। ਖਾਸ ਤੌਰ 'ਤੇ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਜਦੋਂ ਲੰਡਨ ਗੋਲਮੇਜ ਕਾਨਫਰੰਸ ਹੋਈ ਹੈ, ਉੱਥੇ ਜਦੋਂ ਉਹਨਾਂ ਨੇ ਆਪਣੇ ਕਮਿਊਨਲ ਅਵਾਰਡ ਦੀ ਗੱਲ ਕੀਤੀ ਹੈ ਕਿ ਸਾਰਿਆਂ ਨੂੰ ਜੇਕਰ ਮਿਲ ਰਿਹਾ ਉਹ ਭਾਵੇਂ ਕੋਈ ਵੀ ਹੈਗਾ ਐਂਗਲੋ ਇੰਡੀਅਨ ਤੱਕ ਨੂੰ ਦਿੱਤਾ ਜਾ ਰਿਹਾ ਹੈਗਾ ਤਾਂ ਇਹਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹਨਾਂ ਦਾ ਤਾਂ ਉੱਥੇ ਫਿਰ ਗਾਂਧੀ ਨੇ ਕਿਹਾ ਕਿ ਮੈਂ ਨੁਮਾਇੰਦਾ ਹੈਗਾ ਇਹਨਾਂ ਦਾ। ਉੱਥੇ ਉਹਨਾਂ ਨੂੰ ਇਹ ਚੀਜ਼ ਸਮਝ ਲੱਗੀ ਜਦੋਂ ਵੀ ਉਹ ਇਸ ਬਾਰੇ ਪਰਸਨਲ ਲੈਵਲ 'ਤੇ ਜਦੋਂ ਡਿਬੇਟ ਕਰ ਰਹੇ ਸੀਗੇ ਬਾਕੀਆਂ ਦੇ ਨਾਲ, ਤਾਂ ਉਹਨਾਂ ਨੂੰ ਅਖੀਰੀ ਉਹਨਾਂ ਦਾ ਚਰਿੱਤਰ ਸਮਝ ਆਇਆ ਕਿ ਜਿਹੜੇ ਹਿੰਦੂ ਧਰਮ ਅਤੇ ਉਹਦੇ ਠੇਕੇਦਾਰ ਨੇ ਇਹ ਸਾਡੇ ਉਹ ਨਹੀਂ ਹੋ ਸਕਦੇ, ਸਾਡੇ ਹਮਦਰਦ ਨਹੀਂ ਹੋ ਸਕਦੇ, ਸਾਨੂੰ ਅਲੱਗ ਉਹ ਕਰਨਾ ਪਏਗਾ। ਬੜੇ ਦੁਖੀ ਮਨ ਦੇ ਨਾਲ ਉਹਨਾਂ ਨੇ ਇਹ ਗੱਲ ਆਖੀ। ਅਤੇ ਉਹਨਾਂ ਨੇ ਮਈ 1936 ਦੀ ਗੱਲ ਹੈ, ਬੰਬੇ ਦੇ ਵਿੱਚ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਸੀਗਾ ਜਿਹਦੇ 'ਚ ਉਹਨਾਂ ਨੇ
ਇਸ ਗੱਲ ਨੂੰ ਲੈਜੀਟੀਮਾਈਜ਼ ਕਰਦੇ ਹੋਏ, ਇਸ ਨੂੰ ਆਥੈਂਟੀਕੇਟ ਕਰਦੇ ਹੋਏ ਇਹ ਗੱਲ ਆਖੀ ਕਿ ਇੱਕ ਕੋਈ ਵੀ ਜਿਹੜਾ ਮਨੁੱਖ ਹੈਗਾ, ਕੋਈ ਵੀ ਇਨਸਾਨ ਜਿਹੜਾ ਹੈਗਾ, ਉਸ ਨੂੰ 3 ਚੀਜ਼ਾਂ ਦੀ ਲੋੜ ਹੁੰਦੀ ਹੈ। ਉਹਨੂੰ ਵਿਕਾਸ ਕਰਨ ਦੇ ਲਈ 3 ਚੀਜ਼ਾਂ ਦੀ ਲੋੜ ਹੁੰਦੀ ਹੈ। ਪਹਿਲੀ ਹੈਗੀ ਹੈ ਹਮਦਰਦੀ, ਤੇ ਦੂਜਾ ਬਰਾਬਰੀ, ਸਮਾਨਤਾ, ਤੇ ਤੀਜੀ ਆਜ਼ਾਦੀ। ਉਹ ਕਹਿੰਦੇ ਕਿ ਕਿਸੇ ਵੀ ਤੁਸੀਂ ਹਿੰਦੂ ਨੂੰ ਪੁੱਛ ਲਓ, ਇਹ ਤਿੰਨਾਂ ਦੇ ਰੈਫਰੈਂਸ ਦੇ ਵਿੱਚ ਤਾਂ ਉਹ ਉਹਨੂੰ ਜਵਾਬ ਨਹੀਂ ਦੇ ਸਕਦਾ ਉਹਦਾ ਕਿ ਯਾਰ ਮਤਲਬ ਇਹ ਚੀਜ਼ ਸਾਡੇ ਕੋਲ ਹੈਗੀ ਹੈ, ਨਾ ਸਮਾਨਤਾ ਉਹਨਾਂ ਕੋਲ, ਨਾ ਆਜ਼ਾਦੀ ਹੈ। ਤੇ ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਰੈਫਰੈਂਸ ਬਣਾਇਆ, ਰੈਫਰੈਂਸ ਪੁਆਇੰਟ। ਉਹਨਾਂ ਨੇ ਇਹ ਭਾਸ਼ਣ, ਖੈਰ ਲੰਬਾ ਭਾਸ਼ਣ ਸੀਗਾ ਉਹਨਾਂ ਦਾ, ਲੇਕਿਨ ਇਹ ਕੋਟ ਉਹਨਾਂ ਦਾ ਬਹੁਤ ਮਹੱਤਵਪੂਰਨ ਹੈ ਵੀ ਮੈਂ ਕਿਉਂ ਛੱਡ ਰਿਹਾ, ਕਿਉਂਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਮਨੁੱਖੀ ਵਿਕਾਸ ਲਈ ਜ਼ਰੂਰੀ ਹੈਗੀਆਂ ਉਹ ਹੈ ਨਹੀਂ। ਹੁਣ ਸਾਨੂੰ ਇਹ ਤਾਂ ਕਹਿਣ ਦੀ ਲੋੜ ਨਹੀਂ ਹੈਗੀ ਕਿ ਇੱਥੇ ਇੱਕ ਜਿਹੜਾ ਦਲਿਤ ਸਮਾਜ ਹੈ, ਜਾਂ ਫਿਰ ਜਿਸ ਨੂੰ ਅਸੀਂ ਲਾਰਜਰ ਇੱਕ ਮੈਗਨੀਫਾਇਰ ਦੇ ਤੌਰ 'ਤੇ ਤੁਸੀਂ ਬਹੁਜਨ ਯੂਜ਼ ਕਰਦੇ, ਜਿਹਦੇ 'ਚ SC ST OBC, ਅਤੇ ਇਹੀ SC ST OBC ਅਲੱਗ-ਅਲੱਗ ਧਰਮਾਂ ਦੇ ਵਿੱਚ ਵੀ, ਅਤੇ ਉਹਦਾ ਇੱਕ ਸਿਗਨੀਫਾਇਰ ਹੈ ਵੱਡਾ ਬਹੁਜਨ। ਅਤੇ ਉਹ ਬਹੁਜਨ ਦੀ ਕੀ ਸਥਿਤੀ ਹੈ ਸਾਨੂੰ ਪਤਾ ਹੈਗਾ। 14 ਅਕਤੂਬਰ ਨੂੰ 1956 'ਚ ਜਦੋਂ ਨਾਗਪੁਰ 'ਚ ਇਹ ਈਵੈਂਟ ਹੋਇਆ ਸੀਗਾ, ਉਸ ਦੇ ਇਨ ਐਂਡ ਅਰਾਊਂਡ ਵੀ ਬਹੁਤ ਸਾਰੀ ਚੀਜ਼ਾਂ ਸੀਗੀਆਂ। ਬਹੁਤ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸਾਹਿਬ ਨੂੰ, ਬਟ ਹੀ ਵਾਜ਼ ਸੋ ਡਿਟਰਮਿੰਡ ਕਿ ਉਹਨਾਂ ਨੇ ਕਿਹਾ ਕਿ ਮੈਂ ਕਰਾਂਗਾ ਹੀ ਕਰਾਂਗਾ। ਉਸ ਤੋਂ ਬਾਅਦ ਦਾ ਜਿਹੜਾ ਮੂਵਮੈਂਟ, ਜਿਹੜਾ ਕਾਸ਼ੀ ਰਾਮ, ਜਾਂ ਮਤਲਬ ਉਸ 'ਤੇ ਬਹੁਤ ਸਾਰੇ ਲੋਕ ਸ਼ਾਮਿਲ ਨੇ, ਇਕੱਲੇ ਕਾਸ਼ੀ ਰਾਮ ਜੀ ਨਹੀਂ, ਲੇਕਿਨ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਅਣਥੱਕ ਯਤਨ ਕੀਤੇ। ਅਤੇ ਇਹ ਜਿਹੜਾ ਕੋਡ ਜਿਹੜਾ 1936 ਦਾ ਸੀਗਾ, ਉਹ ਅੱਜ ਵੀ ਤੁਹਾਨੂੰ ਸਾਰਥਕ ਨਜ਼ਰ ਆਉਂਦਾ ਹੈ, ਅਤੇ ਅਸੀਂ ਅੱਜ ਉਹਦੇ 'ਤੇ ਗੱਲ ਕਰ ਰਹੇ ਹਾਂ। बिल्कुल जी। रत्नेश जी साढ़े नाल मौजूद ने, बुद्ध धर्म से आते हैं जो मुझे जानकारी है। तो जो मैं आपसे सवाल करना चाहता हूँ कि जैसे डॉक्टर भीमराव अंबेडकर की एक बड़ी मूवमेंट है, आज तक हम कह रहे हैं वो सार्थक हैं, उनके कोड सार्थक हैं। तो डॉक्टर भीमराव अंबेडकर ने बुद्ध धर्म को अडॉप्ट किया, तो बुद्ध धर्म की जो स्थिति है हिंदुत्व के सागर में, वो ये माना जाता है कि हिंदुत्व जो है या हिंदुइज़्म जो है वो बुद्ध धर्म को असिमिलेट कर गया है। तो डॉक्टर भीमराव अंबेडकर के इस स्टेप के बाद बुद्ध धर्म में कोई तब्दीली या बुद्ध धर्म की कोई, हम कह सकते हैं कि कोई बड़ा बदलाव आया या नहीं आया, आप क्या समझते हैं? आपने बिल्कुल सही कहा कि ये इस तरह की बात फैलाई गई है कि एक बड़े हिंदुइज़्म के सागर में बुद्धिज़्म एक छोटा सा उसका भाग है। और वो छोटा भाग क्या है? किसी भी हिंदू मंदिर में चले जाइए, तमाम देवी देवता आपको गर्भगृह में मिलेंगे, और बुद्ध की मूर्ति बाहर एक कोने में लटकी रहेगी। बोलेंगे ये भी किसी नंबर का अवतार है, कभी 10वां बोलते हैं, कभी 12वां बोलते हैं। यानी जिस चीज़ को ख़त्म करना है और ख़त्म करने की औकात नहीं है, तो उसको शामिल कर लो, आ जा मेरे पास, और उसके बाद उसका गला मरोड़ दो। ये काम बुद्धिज़्म के साथ हिंदुओं ने किया। हिंदू भी नहीं कहना चाहिए, ब्राह्मणों ने किया है, क्योंकि हिंदू धर्म तो मूल रूप में कोई धर्म ही नहीं है। ये ब्राह्मणों के, मुट्ठी भर ब्राह्मणों की साजिश है, क्योंकि वो सबको ब्राह्मण नहीं कह सकते थे, इसलिए उन्होंने एक शब्द ईजाद कर लिया हिंदू, और बाकी लोग को बेवकूफ़ बना दिया। जी। तो लेकिन जो मतलब ये है कि वो आपकी बात सही है कि वो तो जो कर रहे हैं, या हिंदू धर्म के नाम पर कर रहा है, या ब्राह्मण कर रहा है, लेकिन मेरा सवाल ये है कि डॉक्टर भीमराव अंबेडकर के बुद्ध धर्म को अडॉप्ट करने के बाद कोई उसमें कोई बड़ा बदलाव जो बुद्ध समाज में है कि वो अपने आप को खुद अलग करके देखने लगा हो, वो क्यों वो नज़र नहीं आ रहा सामने? नहीं, दरअसल में बहुत बड़ा बदलाव हुआ है। बाबा साहब के बुद्धिज़्म के अपनाने के बाद बुद्धिज़्म की परिभाषा बदल गई है, क्योंकि पारंपरिक बौद्ध भी उसी बहकावे में आ गए थे कि ठीक है, हम भी एक छोटा सा भाग है हिंदुइज्म का। बाबा साहब ने सबसे बड़ी बात और अनोखी बात ये की थी कि उन्होंने साफ साफ 22 प्रतिज्ञाएं की, और 22 प्रतिज्ञाओं में पहली बात बोली कि भाई मैं गौरी, गणपति आदि किसी भी राम कृष्ण हिंदू देवी देवताओं को नहीं मानूंगा। बुद्ध विष्णु का अवतार है, इस बात को मैं झूठा प्रचार मानता हूँ, और इसका प्रभाव हम जैसे बौद्धों पे बहुत ज़्यादा पड़ा है। आज आप किसी भी अम्बेडकराइट बौद्ध के घर में जाते हैं तो आपको हिंदू देवी देवता का या हिंदू परंपरा और संस्कृति का नामो निशान नहीं मिलता है। हम जन्म, पुनर्जन्म, कर्म कांड उससे मुक्त हो चुके हैं, जबकि पारंपरिक बुद्धिज़्म में कुछ हद तक ये पुनर्जन्म का कॉन्सेप्ट ब्राह्मणी कॉन्सेप्ट की तरह ही चल रहा है। तो इसका विद्रोह हुआ है, और जो समता की बात की थी बुद्ध ने और बाबा साहब ने, उसको हमने ज़मीन पे लाने की कोशिश की है। मैं एक बात कहना चाहता हूँ, पंजाब बौद्ध महासभा एक सोसाइटी है, उनकी एक मैगज़ीन चलती है बौद्ध धर्म प्रचारक। उस मैगज़ीन में वे लगातार कोशिश करते हैं कि बौद्धों के बीच किसी भी किस्म का जाति भेद न रहे, इसके लिए अंतरजातीय विवाह करने की कोशिश कर रहे हैं। ये अपने आप में क्रांतिकारी कदम है। इस तरह का क्रांतिकारी कदम, दुख की बात है कि इवन क्रिश्चियनिटी और बड़े बड़े धर्मों में भी नहीं हुआ है। वहाँ पे अपनी अपनी जाति व्यवस्था बरकरार है। तो बुद्धिज़्म ने भले ही वो छोटा है,
लेकिन कुछ कुछ कदम ऐसे उठाएं जो बहुत बहुत क्रांतिकारी हैं और इसका असर हमें समाज पे दिख रहा है। दूसरी बात आपको दिखेगी, जब आप एक धर्मांतरित दलित को या बौद्ध दलित को देखते हैं, बौद्ध को देखते हैं, तो उसका जीवन, उसकी सोच जो है आपको हिंदुओं से बहुत अलग दिखेगी। परंपरावाद से मुक्त हैं, स्त्री पुरुष समानता मानते हैं, लड़कियों की साक्षरता का दर देखो, एजुकेशन का स्टेटस देखो, या किसी भी लेवल पे आप सेंसस को उठा के देख लो, भारत के बौद्धों की जो स्थिति है वो हिंदुओं से बहुत ज़्यादा अच्छी है। हल्की-फुल्की नहीं, बहुत ज़्यादा। जी। ਤੇ ਡਾਕਟਰ ਗੁਰਿੰਦਰ ਆਜ਼ਾਦ ਜੀ, ਜਿਹੜਾ ਸਵਾਲ ਆ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਬੁੱਧ ਧਰਮ ਦੇ ਵਿੱਚ ਤਬਦੀਲੀਆਂ ਆਈਆਂ ਨੇ ਉਸ ਘਟਨਾ ਤੋਂ ਬਾਅਦ, ਪਰ ਭੀਮ ਰਾਓ ਅੰਬੇਦਕਰ ਜੀ ਦੀ ਇੱਕ ਵੱਡੀ ਫੋਲੋਇੰਗ ਆ। ਅੱਜ ਅਸੀਂ ਦੇਖਦੇ ਹਾਂ ਕਿ ਦਲਿਤ ਸਮਾਜ ਦੇ ਵਿੱਚ ਇਹ ਆਮ ਨਾਰਾ ਕਿਹਾ ਜਾਂਦਾ ਕਿ ਸਾਡਾ ਜਿਹੜਾ ਲੀਡਰ ਆ ਉਹ ਡਾਕਟਰ ਭੀਮ ਰਾਓ ਅੰਬੇਦਕਰ ਆ। ਪਰ ਭਾਵੇਂ ਉਹ ਨੌਰਥਨ ਇੰਡੀਆ ਦੀ ਗੱਲ ਕਰਨੀ ਹੋਵੇ, ਤਾਂ ਇੱਥੇ ਤਾਂ ਇਹ ਦੇਖਣ 'ਚ ਆਉਂਦਾ ਕਿ ਦਲਿਤ ਸਮਾਜ ਨੇ ਕਿਸੇ ਬੜੇ ਵੱਡੇ ਪੱਧਰ 'ਤੇ ਬੁੱਧ ਧਰਮ ਨੂੰ ਅਡੋਪਟ ਨਹੀਂ ਕੀਤਾ। ਉਹਦੇ ਕੀ ਕਾਰਨ ਨੇ? ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਇੱਕ ਤਾਂ ਇਹਦਾ ਮਤਲਬ ਪ੍ਰਚਾਰ ਸਾਨੂੰ ਨਜ਼ਰ ਨਹੀਂ ਆਉਂਦਾ, ਵਰਨਾ ਤਾਂ ਬਹੁਤ ਸਾਰੇ ਹੋਏ ਹੈ। ਤੁਹਾਨੂੰ ਪਤਾ ਹੈ ਕਿ ਇੱਥੇ ਸੈਂਟਰ ਦਾ ਦਬਦਬਾ ਹੈਗਾ ਅਤੇ ਸੈਂਸਸ ਜਿਹੜੀਆਂ ਹੁੰਦੀਆਂ ਨੇ ਉਹਦੇ 'ਚ ਇਹ ਚੀਜ਼ਾਂ ਫੈਲਾਈਆਂ ਜਾਂਦੀਆਂ ਨੇ ਬਹੁਤ ਸਾਰੀਆਂ ਕਿ ਜਿਹੜਾ ਧਰਮ ਪਰਿਵਰਤਨ ਜਾਂ ਕਿਸੇ ਨੇ ਕੀਤਾ ਹੈਗਾ ਉਹ ਨਾ ਸਾਹਮਣੇ ਆਏ। ਇਸ ਤਰ੍ਹਾਂ ਦੀ ਬਹੁਤ ਸਾਰੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਅਤੇ ਬਹੁਤ ਸਾਰੇ, ਮੈਂ ਇਹਦੇ 'ਤੇ ਬਹੁਤ ਜ਼ਿਆਦਾ ਬਿਲੀਵ ਨਹੀਂ ਕਰਦਾ ਹੈਗਾ। ਇੱਕ ਜਿਹੜੀ ਲੇਕਿਨ ਸਾਨੂੰ ਫਿਰ ਵੀ ਪ੍ਰਤੱਖ ਰੂਪ 'ਚ ਨਜ਼ਰ ਆਉਂਦਾ ਕਿ ਇਹ ਕੀ ਹੋ ਰਿਹਾ ਹੈਗਾ ਕਿ ਨਹੀਂ ਸਾਡੇ ਗਲੀ ਮੁਹੱਲੇ, ਸਾਡੇ ਆਮ ਵਰਤਾਰੇ ਦੇ ਵਿੱਚ। ਮੈਂ ਕਹਿੰਦਾ ਕਿ ਜਿਹੜਾ ਭਾਰਤ ਹੈਗਾ, ਮੈਂ ਤਾਂ ਖੈਰ ਇਹਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦਾ। ਇਹ ਬਹੁਤ ਸਾਰੀ ਯੂਨੀਅਨਸ ਦਾ ਜਿਹੜਾ ਹੈਗਾ ਜਮਾਵੜਾ ਹੈਗਾ, ਇਹਦਾ ਉਹ ਹੈਗਾ, ਠੀਕ ਹੈ। ਅਤੇ ਉੱਥੇ ਦੀਆਂ ਆਪਣੀਆਂ ਵੀ ਪਰੰਪਰਾਵਾਂ ਹੈਗੀਆਂ ਸੀਗੀਆਂ ਲੋਕਾਂ ਦੀਆਂ, ਹੈ ਨਾ। ਜਿਵੇਂ ਇੱਥੇ ਆਦੀਵਾਸੀ ਹੈਗਾ, ਸੰਪਰਦਾਵਾਂ ਹੈਗੀਆਂ ਨੇ। ਨੌਰਥ ਈਸਟ ਚਲੇ ਜਾਓਗੇ ਤੁਸੀਂ, ਉਹਨਾਂ ਦਾ ਆਪਣਾ ਹੈਗਾ। ਬਾਬਾ ਸਾਹਿਬ ਦਾ ਜਿਹੜਾ ਜਿੱਥੇ ਸਭ ਤੋਂ ਜ਼ਿਆਦਾ ਰਿਹਾ ਹੈਗਾ ਉਹ ਹੈਗਾ ਮਹਾਰਾਸ਼ਟਰ ਦਾ ਰਿਹਾ ਹੈਗਾ ਅਤੇ ਮੱਧ ਪ੍ਰਦੇਸ਼ ਰਿਹਾ ਹੈਗਾ। ਇਸ ਤੋਂ ਇਲਾਵਾ ਉਹਨਾਂ ਨੇ ਵਿਜ਼ਿਟਸ ਕੀਤੇ ਨੇ, ਤਾਮਿਲਨਾਡੂ ਆਫ ਕੋਰਸ ਰਿਹਾ ਹੈਗਾ। ਉੱਥੇ ਤੋਂ ਤੁਹਾਨੂੰ ਇਹ ਚੀਜ਼ ਜ਼ਿਆਦਾ ਨਜ਼ਰ ਆਏਗੀ। ਹੁਣ ਤੁਸੀਂ ਜੇਕਰ ਆਪਾਂ ਹੁਣ ਕਸ਼ਮੀਰ ਹੈ, ਬਹੁਤ ਉੱਥੇ ਮੁਸਲਮਾਨ ਹੈਗੇ ਨੇ, ਅਸੀਂ ਬਹੁਤ ਜ਼ਿਆਦਾ ਉਮੀਦ ਇਹ ਨਹੀਂ ਕਰ ਸਕਦੇ। ਤਾਂ ਮੈਨੂੰ ਲੱਗਦਾ ਕਿ ਡਾਇਵਰਸਿਟੀ ਨੂੰ ਇੱਕ ਐਕਨੋਲੇਜ ਕਰਨਾ, ਉਸਨੂੰ ਅਪਣਾਉਣਾ, ਇੱਕ ਉਹ ਵੀ ਇੱਕ ਬੜੀ ਵੱਡੀ ਚੀਜ਼ ਹੈ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਰੇ ਦੇ ਸਾਰੇ ਮਤਲਬ ਬੁੱਧਿਸਟ ਕਿਉਂ ਨਹੀਂ ਬਣ ਰਹੇ ਹੈਗੇ ਨੇ। ਮੈਂ ਹੁਣ ਜਿਵੇਂ ਬਾਏ ਬਰਥ ਮੈਂ ਸਿੱਖ ਹੈਗਾ, ਮੈਨੂੰ ਇਸ ਗੱਲ ਦਾ, ਰਤਨੇਸ਼ ਮੇਰੇ ਦੋਸਤ ਹੈਗੇ ਨੇ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੈਗੇ ਨੇ। ਵੀ ਨੈਵਰ ਸੈਡ ਕਿ ਮਤਲਬ ਤੂੰ ਬੁੱਧ ਨਹੀਂ ਬਣਿਆ, ਤੂੰ ਸਿੱਖ ਕਿਉਂ ਹੈ, ਜਾਂ ਮੈਂ ਕਹਾਂ ਕਿ ਮਤਲਬ ਯਾਰ ਤੂੰ ਬੁੱਧ ਹੈ ਸਾਡੇ ਸਿੱਖ ਜਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਐਕਚੁਅਲੀ ਇਹਦੇ ਵਿੱਚ ਬਹੁਤ ਸਾਰੇ ਦਲਿਤਾਂ ਨੇ ਪਰਿਵਰਤਨ ਹੋਇਆ ਨਾ। ਆਪਣੇ ਰਾਜਸਥਾਨ ਦੇ ਵਿੱਚ ਹੋਇਆ, ਖਾਸ ਤੌਰ 'ਤੇ ਜਿਹੜਾ ਤੁਸੀਂ ਸੁਣਿਆ ਹੋਏਗਾ, ਉਹਨਾਂ ਦਾ ਇੱਕ ਮਾਮਲਾ ਹੋਇਆ ਸੀ ਜਿਸ 'ਚ ਇੱਕ ਸੱਜਣ ਜਿਹੜੇ ਹੈਗੇ ਨੇ ਕਾਫੀ ਉਹਨਾਂ ਨੇ ਉਹ ਕੀਤਾ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਹੀ ਬਹੁਤ ਵੱਡੀ ਉਹਦੇ ਵਿੱਚ ਲੋਕਾਂ ਨੇ ਧਰਮ ਪਰਿਵਰਤਨ ਕੀਤਾ। 14 ਤਰੀਕ ਨੂੰ, ਹੁਣ ਇਹ ਹਾਈਲਾਈਟ ਨਹੀਂ ਹੁੰਦੀਆਂ ਚੀਜ਼ਾਂ, 14 ਅੱਜ ਦੇ ਦਿਹਾੜੇ ਮੈਨੂੰ ਖੁਦ ਨਹੀਂ ਪਤਾ ਕਿੰਨੀ ਹੀ ਥਾਵਾਂ ਦੇ ਉੱਤੇ ਇਹ ਸਮਾਗਮ ਚੱਲ ਰਿਹਾ ਜਿੱਥੇ ਬੈਪਟਾਈਜ਼ ਹੋ ਰਹੇ ਨੇ, ਉਹ ਬੁੱਧਿਜ਼ਮ ਅਡੋਪਟ ਕਰ ਰਹੇ ਨੇ। ਲੇਕਿਨ ਉਹ ਕਿਉਂਕਿ ਸਾਡੇ ਵਰਤਾਰੇ ਸਾਡੇ ਸਾਹਮਣੇ ਨਹੀਂ ਆਉਂਦਾ ਹੈਗਾ, ਪ੍ਰਤੱਖ ਰੂਪ 'ਚ TV 'ਤੇ ਨਹੀਂ ਆਉਂਦਾ ਹੈਗਾ, ਇਸ ਕਰਕੇ ਸਾਨੂੰ ਲੱਗਦਾ ਕਿ ਇਹ ਸਵਾਲ ਫਿਰ ਖੜ੍ਹੇ ਹੋ ਜਾਂਦੇ ਨੇ। ਲੇਕਿਨ ਉਹ ਹੋ ਰਿਹਾ। ਮੈਨੂੰ ਲੱਗਦਾ ਕਿ ਇਹ ਸੋਸ਼ਲ ਚੇਂਜ ਦੇ ਜਿਹੜੇ ਕੌਨਸੈਪਟ ਨੇ ਥੋੜ੍ਹਾ ਜਿਹਾ ਸਮਾਂ ਲੈਂਦੇ ਨੇ, ਖਾਸ ਤੌਰ 'ਤੇ ਜਦੋਂ ਦੁਸ਼ਮਣ ਬੜਾ ਤੁਹਾਡਾ ਹੋਵੇ, ਡੇਂਜਰਸ ਹੋਵੇ, ਬਹੁਤ ਜ਼ਿਆਦਾ ਉਹਦੇ ਕੋਲ ਨੈਰੇਟਿਵ ਹੈ, ਬਹੁਤ ਸਾਰੀ ਤਾਕਤ ਹੈਗੀ ਹੈ, ਹੀਲੇ ਵਸੀਲੇ ਉਹਦੇ ਕੋਲ ਨੇ। ਸਭ ਤੋਂ ਵੱਡੀ ਗੱਲ ਹੈ ਕਿ ਉਹ ਇਸ ਪੂਰੇ ਲੋਕਤੰਤਰ ਨੂੰ ਆਪਣੇ ਤਰੀਕੇ ਨਾਲ ਚਲਾ ਰਿਹਾ ਹੈ, ਠੀਕ ਹੈ। ਤਾਂ ਇਹੋ ਜਿਹੇ ਵਰਤਾਰੇ ਦੇ ਵਿੱਚ ਮੈਨੂੰ ਲੱਗਦਾ ਥੋੜ੍ਹੀ ਜਿਹੀ ਲੜਾਈ ਮਤਲਬ ਲਿੰਗਰ ਕਰਦੀ ਹੈ, ਬਟ ਦੈਟਸ ਨਾਟ ਏ पॉइंट ऑफ वरिंग। बिल्कुल जी। जेड़ा मैं आपसे ये सवाल भी करना चाहता हूँ कि जैसे डॉक्टर भीमराव अंबेडकर जब बौद्ध धर्म को अडॉप्ट करते हैं तो उससे पहले ये बात भी चल रही थी कि वो सिख धर्म में भी आ सकते हैं। तो इसके लिए उनके सिखों के साथ काफ़ी फैक्ट्स भी ऐसे मिलते हैं कि काफ़ी अच्छे रिलेशंस भी रहे हैं। महाराष्ट्र में भी मिल के सिख लीडरशिप ने और उन्होंने काम भी किया। लेकिन मतलब आपको क्या लगता है कि वो सिख धर्म में क्यों नहीं गए, क्यों वो बौद्ध धर्म में गए? मतलब उसके बारे में और भी कई तरह के सवाल हैं, लेकिन आपका क्या मानना है? ये आपका सवाल बहुत महत्वपूर्ण है और इसको समझना आज के लिए हमारे लिए बहुत ज़रूरी है। बाबा साहब का सिख धर्म से जो लगाव था उसके लिए उन्हें कुछ मेहनत नहीं करनी पड़ी जितनी मुश्किलें उनको बौद्ध धर्म की जड़ें ढूंढने में करनी पड़ी, क्योंकि उनकी धर्म बौद्ध धर्म की जड़ों में है, लेकिन सिख धर्म जो था वो उनसे करीब था। अब आप कहेंगे कैसे करीब था? मध्य प्रदेश में पैदा हुए, महाराष्ट्र में पले बड़े, उस जगह वहाँ पे सिखिज़्म का वैसा माहौल नहीं जो पंजाब में है।
लेकिन जड़ें इस तरह से जुड़ी हुई है कि बाबा साहब के अपने घर में और उनके अपने पिताजी उनको कबीर पढ़ाया करते थे, रैदास से जुड़े थे। और ये वो संत है जिनका सीधा संबंध सिखिज्म से है। अगर हम गुरु ग्रंथ साहिब को देखते हैं तो उसमें कबीर भी आ रहे हैं, रैदास भी आ रहे हैं, और कबीर और रैदास बाबा साहब के घर के लोग हैं। तो बहुत करीबी रिश्ता था, और इसलिए बाबा साहब ने बहुत गंभीरता से सोचा था कि सिख बनना चाहिए, और इसके लिए उन्होंने अपने भतीजे और कुछ बच्चों को भेजा था अमृतसर सिखिज्म सीखने के लिए। अब गड़बड़ क्या हो गई? गड़बड़ सबसे बड़ी ये हो गई कि इसमें आध्यात्मिक या धार्मिक कारण गड़बड़ नहीं बना, ना ही सिखिज्म में कोई कमी थी। सिखिज्म में उल्टा जो जज्बा हमें दिखता है, मैं एक बौद्ध हूँ, उसके बाद भी खुले दिल से कहता हूँ कि जो जज्बा सिखिज्म में है, जो सेवा का और मदद का, ये किसी धर्म में नहीं है। बहुत बड़ी सच्चाई है ये। और इतना बड़ा धर्म अगर दलितों को मिल जाता तो जो ताकत आती वो बहुत मायने रखती। अब क्यों नहीं बन पाए सिख? उसका कारण पॉलिटिकल था, न कि धार्मिक था। पॉलिटिकल ये था कि बाबा साहब की उस वक्त की जो लड़ाई थी वो थी कि दलितों के लिए पृथक निर्वाचन क्षेत्र, सेपरेट इलेक्टोरेट। अब सेपरेट इलेक्टोरेट जो था वो सिखों को मिला था, मुसलमानों को मिला था, अन्य धर्म वालों को मिला था, सिर्फ दलितों को नहीं मिल रहा था। तो बाबा साहब ने कहा ठीक है, जब हमारे भाई बहन सिख बन जाएंगे तो इनको भी सेपरेट इलेक्टोरेट की सुविधा मिल जाएगी। लेकिन जो सिखिज्म के जो पॉलिटिकल लीडर्स थे उन्होंने कहा नहीं बाबा साहब, ये सुविधा तो सिर्फ हम लोगों के लिए रहेगी जो मूल रूप से सिख है। और ये वो कारण बना था सबसे बड़ा उस वक्त तात्कालिक कारण कि वो सिख नहीं बन पाए। लेकिन इससे बड़ा सवाल खड़ा होता है कि जो सिख की आइडेंटिटी है उसमें अगर वो अडोप्ट कर लेते सिखिज्म को, तो बाय रूल तो या बाय लॉ तो कोई भी सिख लीडर उसे नहीं रोक सकता था एक सेपरेट इलेक्टोरेट की जो सुविधाएं हैं उसे लेने से। मतलब आपको नहीं लगता? आपकी बात बिल्कुल सही है, लेकिन इस दुनिया में हर चीज़ लॉजिक पे नहीं चलती है। जैसे बाबा साहब ने जो बात रखी थी गोलमेज कॉन्फ्रेंस में दलितों के अधिकार के लिए, लॉजिकली बिल्कुल सही थी, अंग्रेज भी मान गए थे, लेकिन गांधी ने बात को ख़त्म करवा दिया। ठीक उसी तरह हमारे कुछ सिख धर्म के नेता थे, धर्म नहीं कहूँगा, पॉलिटिशियंस थे। आपने गांधी की बात की, मैं गांधी की बात पे याद, हमारे पंजाब में दो तरह का विचार काफ़ी आज डिस्कस हो रहा है। एक तो ये हो रहा है कि कुछ थिंकर्स या कुछ राइटर्स कहते हैं कि सिख उसके कसूरवार हैं कि वो सिखिज्म में नहीं आए, सिख लीडर्स। लेकिन कुछ राइटर्स ये भी कह रहे हैं कि असली कसूरवार गांधी था, कि गांधी ने अपने पॉलिटिकल एम्बिशंस के लिए या जो उसकी फैमिली थी उस कांग्रेस को खड़ा रखने के लिए उसने बाबा साहब पर दबाव डाला या किसी भी तरह से उसने उन्हें सिक्खी में आने से रोक लिया। देखिए, जहाँ तक कि गांधी जी की पॉलिटिक्स की बात है तो इसमें तो हमको कुछ भी शक नहीं होना चाहिए कि वो मूल रूप से एक पॉलिटिशियन ही थे, पल पल रंग बदलते थे, तो कुछ भी वो कर सकते हैं, इस बारे में हमको किंचित भी शक नहीं होना चाहिए। लेकिन जो ऑफिशियल रिकॉर्ड है सिख धर्म में नहीं जाने का, सबसे बड़ा बोन ऑफ कंटेंशन, सबसे बड़ा विवाद का विषय यही बना था कि क्या हम सिख बन जाएंगे तो हमको सेपरेट इलेक्टोरेट मिल जाएगा। लेकिन लीडर्स ने कहा कि नहीं, आपको नहीं मिलेगा। ਬਿਲਕੁਲ ਗੁਰਿੰਦਰ ਜੀ, ਜਿਵੇਂ ਇਹਨਾਂ ਨੇ ਕਿਹਾ ਕਿ ਅਫੀਸ਼ੀਅਲ ਰਿਕਾਰਡ ਇਹ ਆ, ਪਰ ਇੱਥੋਂ ਦੇ ਭਾਰਤ ਦੇ ਅਫੀਸ਼ੀਅਲ ਰਿਕਾਰਡ ਤਾਂ ਤੁਹਾਨੂੰ ਪਤਾ ਕਿ ਕਿਵੇਂ ਬਣਾਏ ਜਾਂਦੇ ਆ ਤੇ ਕਿਵੇਂ ਅਫੀਸ਼ੀਅਲ ਰਿਕਾਰਡ ਰਾਈਟਿੰਗਸ 'ਚ ਆਉਂਦੇ ਆ, ਉਹਨਾਂ ਨੂੰ ਕਿਵੇਂ ਸਥਾਪਿਤ ਕੀਤਾ ਜਾਂਦਾ ਆ। ਪਰ ਮਤਲਬ ਤੁਸੀਂ ਇਹ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਖੁਦ ਇਸ ਗੱਲ ਦਾ ਬਿਲੀਵਰ ਰਿਹਾ ਕਿ ਸਰਦਾਰ ਕਪੂਰ ਸਿੰਘ ਜੀ ਦਾ ਜਿਹੜਾ ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਲਿਖਿਆ ਹੈਗਾ ਉਹ ਇੰਨਾ ਜ਼ਿਆਦਾ ਵਾਇਰਲ ਹੋਇਆ ਹੈ, ਮਤਲਬ ਲੋਕਾਂ ਨੇ ਉਹਦਾ ਆਪਣੇ ਵੈਬਸਾਈਟਾਂ 'ਤੇ ਪਾਇਆ ਹੈ ਬਹੁਤ। ਉਹ ਇੱਕ ਰੈਫਰੈਂਸ ਬਣ ਗਿਆ ਇਸ ਗੱਲ ਦਾ ਕਿ ਬਾਬਾ ਸਾਹਿਬ ਨੇ ਜੇਕਰ ਸਿੱਖੀਜ਼ਮ ਨੂੰ ਉਹ ਨਹੀਂ ਕੀਤਾ ਹੈਗਾ ਤਾਂ ਮਾਸਟਰ ਤਾਰਾ ਸਿੰਘ ਜਾਂ ਹੋਰ ਇਸ ਤਰ੍ਹਾਂ ਦੇ ਕਈ ਸਾਰੇ ਲੀਡਰ ਹੈਗੇ ਨੇ ਜਿਹੜੇ ਕਿ ਸੋ ਕਾਲਡ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਸਿੱਖਾਂ 'ਚ ਵੈਸੇ ਹੈ ਨਹੀਂ, ਲੇਕਿਨ ਉਹ ਉੱਪਰਲੇ ਉਹਦੇ 'ਚੋਂ ਆਉਂਦੇ ਨੇ, ਦਰਜੇ 'ਚੋਂ ਆਉਂਦੇ ਨੇ। ਤਾਂ ਉਹ ਇੱਕ ਨੈਰੇਟਿਵ ਬਣ ਗਿਆ ਕਿ ਕਈ ਸਾਰੇ ਲੋਕ ਸੀਗੇ, ਉਹਨਾਂ ਨੇ ਖਾਲਸਾ ਕਾਲਜ ਲਈ ਪੈਸਾ ਮੰਗਿਆ ਸੀਗਾ ਅਤੇ ਇੱਥੋਂ ਦੀ ਪੈਸਾ ਗਿਆ ਲੇਕਿਨ ਲੋਕ ਖਾ ਗਏ। ਇਸ ਤਰ੍ਹਾਂ ਦੀ ਬੜੀ ਗੱਲਾਂ ਹੈਗੀਆਂ ਨੇ। ਲੇਕਿਨ ਮੈਂ ਖੁਦ ਇਸ ਗੱਲ ਨੂੰ ਮੰਨਦਾ ਰਿਹਾ, ਲੇਕਿਨ ਮੈਂ ਹੁਣ ਨਹੀਂ ਮੰਨਦਾ ਕਿਉਂਕਿ ਮੈਂ ਖੁਦ ਇਸ ਬਾਰੇ ਚਰਚਾ ਕੀਤੀ, ਆਪਣੇ ਸਿੱਖ ਵਿਦਵਾਨਾਂ ਨਾਲ ਵੀ ਕੀਤੀ ਪੰਜਾਬ ਦੇ ਵਿੱਚ। ਫਿਰ ਕਿਤਾਬ ਆਈ ਮਾਨ ਸਿੰਘ ਜੀ ਦੀ, ਡਾਕਟਰ ਅੰਬੇਡਕਰ ਸਿੱਖ ਕਿਉਂ ਨਹੀਂ ਬਣੇ। ਉਹ ਕਿਤਾਬ ਹੈਗੀ ਹੈ, ਕਾਫੀ ਮੋਟੀ ਹੈ, ਮੈਨੂੰ ਲੱਗਦਾ ਕੋਈ ਲਾਈਨ ਉਹਨਾਂ ਨੇ ਆਲਤੂ ਫਾਲਤੂ ਲਿਖੀ ਨਹੀਂ ਹੈ, ਇੱਕ ਲਾਈਨ ਜਿਹੜੀ ਹੈਗੀ ਉਹਨਾਂ ਨੇ ਰਿਸਰਚ ਕਰਕੇ ਲਿਖੀ ਹੈ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਮੰਨਣਾ ਪਿਆ ਇਸ ਗੱਲ ਦਾ ਕਿ ਬਹੁਤ ਸਾਰੇ ਕਾਰਨ ਸੀਗੇ, ਕਿਉਂਕਿ ਬਾਬਾ ਸਾਹਿਬ ਜਿਹੜੇ ਹੈਗੇ ਨੇ ਉਹ ਇੱਥੇ ਵਿਜ਼ਿਟ ਕਰਦੇ ਸੀ, ਇੱਥੇ ਰਹਿੰਦੇ ਨਹੀਂ ਸੀਗੇ। ਫਾਈਨਲੀ ਜਾਣਾ ਉਹਨਾਂ ਨੇ ਵਾਪਸ ਉੱਥੇ ਹੀ ਹੁੰਦਾ ਸੀਗਾ। ਉੱਥੇ ਉਹਨਾਂ ਦਾ ਇੱਕ ਤਾਂ ਉਹਨਾਂ ਦੀ ਇਹ ਇੱਕ ਚੱਲ ਰਿਹਾ ਸੀਗਾ ਕਿ ਮੈਂ ਕਿਹੜਾ ਧਰਮ ਨੂੰ ਅਪਣਾਵਾਂ ਹਿੰਦੂ ਧਰਮ ਨੂੰ ਛੱਡਣ ਤੋਂ ਬਾਅਦ। ਦੂਜਾ ਨਾਲ ਹੋਰ ਵੀ ਬਹੁਤ ਸਾਰੀ ਚੀਜ਼ਾਂ ਚੱਲ ਰਹੀਆਂ ਸੀਗੀਆਂ
ਉਹਨਾਂ ਨੇ ਇੰਡੀਅਨ ਲੇਬਰ ਪਾਰਟੀ ਵੀ ਉਹ ਕਰ ਲਈ ਸੀ ਤੇ ਉਸ ਤੋਂ ਉਹਦਾ ਵੀ ਕੰਮ ਸੀਗਾ। ਕਈ ਸਾਰੇ ਤਾਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਲੋਕਾਂ ਨਾਲ ਵਿਚਰਨਾ ਪੈਂਦਾ ਸੀਗਾ। ਉਸੇ ਦੌਰਾਨ ਮੇਰਾ ਇਹ ਮੰਨਣਾ ਹੈਗਾ ਕਿ ਇਹ ਸਾਰੀ ਚੀਜ਼ਾਂ ਉੱਥੇ ਵਾਪਰੀਆਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿੱਥੇ ਕਿ ਸਿੱਖ ਧਰਮ ਤੋਂ ਦੂਰ ਕਰਨ ਦੇ ਲਈ ਉਹਨਾਂ ਨੂੰ ਦਬਾਅ ਵੀ ਬਣਾਇਆ ਗਿਆ ਕਿ ਤੁਹਾਨੂੰ ਕਈ ਸਾਰੀ ਸ਼ਰਤਾਂ ਆਪਾਂ ਉਹ ਕਰਨ ਦੇ ਲਈ ਤਿਆਰ ਹੈਗੀਆਂ। ਜੇਕਰ ਤੁਸੀਂ ਇਹ ਨਾ ਬਣੋ, ਇਹ ਸਿੱਖ ਨਾ ਬਣੋ, ਮਤਲਬ ਤੁਸੀਂ ਹੋਰ ਕੁਝ ਵੀ ਕਰ ਲਓ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਮੁਸਲਮਾਨ ਬਣ ਜਾਓ, ਕੁਝ ਵੀ ਬਣ ਜਾਓ, ਲੇਕਿਨ ਸਿੱਖ ਨਾ ਬਣੋ। ਇਹ ਗੱਲ ਉਹਨਾਂ ਨੇ ਇਹ ਗੱਲਾਂ ਹੁਣ ਉਹ ਲੇਕਿਨ ਉਹ ਜਿਹੜੇ ਰਿਕਾਰਡਸ ਹੈਗੇ ਨੇ, ਜਿਹੜੀਆਂ ਚਿੱਠੀਆਂ ਜਿਹੜੀਆਂ ਸੀਗੀਆਂ, ਬਹੁਤ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੇ ਲੇਖਕ ਸਾਹਿਬ ਨੇ ਉਹ 'ਚ ਦੱਸਿਆ ਹੈਗਾ। ਉਹ ਤੋਂ ਫਿਰ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਫੈਕਟ ਜੇਕਰ ਇੰਨੇ ਸਾਰੇ ਸਭ ਸਾਡੇ ਸਾਹਮਣੇ ਹੈਗੇ ਨੇ ਤਾਂ ਲੇਕਿਨ ਇਸ ਗੱਲ ਦਾ ਵੀ ਸਾਨੂੰ ਇਸ ਗੱਲ ਨੂੰ ਉਹ ਮੰਨਣਾ ਹੀ ਪਏਗਾ ਕਿ ਇਹ ਸਵਾਲ ਉੱਠੇ ਹੀ ਕਿਉਂਕਿ ਪੋਲੀਟੀਕਲ ਜਿਹੜੀ ਲੀਡਰਸ਼ਿਪ ਸੀਗੀ ਉੱਥੇ ਉਹ ਕਾਸਟਿਸਟ ਸੀਗੀ। ਐਕਚੁਅਲੀ ਇਹ 'ਚ ਕਸੂਰ ਕਿਸੇ ਦਾ ਵੀ ਨਹੀਂ ਹੈ, ਕਿਸੇ ਦਲਿਤ ਜਾਂ ਬਹੁਜਨ ਭਾਈਚਾਰੇ ਦਾ ਕਸੂਰ ਨਹੀਂ ਹੈ ਕਿ ਉਹਨਾਂ ਨੇ ਇਹ ਗੱਲ ਮੰਨ ਲਈ ਕਿ ਸਿੱਖ ਭਾਈਚਾਰੇ ਦੇ ਇਹ ਕੀਤਾ ਹੈਗਾ। ਉਹਨਾਂ ਦੀ ਜਿਵੇਂ ਰਤਨੇਸ਼ ਕਹਿ ਰਿਹਾ ਕਿ ਪੋਲੀਟੀਕਲ ਲੀਡਰਸ਼ਿਪ ਉਸ ਟਾਈਮ ਦੀ ਸੀਗੀ, ਉਹਨਾਂ ਨੇ ਮਜਬੂਰ ਕਰਤਾ ਬਾਬਾ ਸਾਹਿਬ ਨੂੰ ਕਿ ਉਹ ਡਿਸਟੈਂਸ ਬਣਾ ਲੈਣਾ ਖੁਦ ਹੀ। ਮੈਂ ਬਸ ਇੱਕ ਲਾਈਨ ਅਤੇ ਉਹਦੇ 'ਚ ਫਿਰ ਉਹਦਾ ਕਾਰਨ ਇਹ ਹੈ ਕਿ ਸਾਡੇ ਆਮ ਵਰਤਾਰੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀ ਜਿਹੜੀ ਚੀਜ਼ਾਂ ਹੈਗੀਆਂ, ਜਿਵੇਂ ਜ਼ਮੀਨ ਦੇ ਬਟਵਾਰੇ ਨਹੀਂ ਹੋਏ, ਜਿਵੇਂ ਲੀਡਰਸ਼ਿਪ ਦੇ ਵਿੱਚ ਕਦੇ ਉਹ ਨਹੀਂ ਆਇਆ, ਦਲਿਤ ਕਦੇ ਵੀ ਜਿਹੜੀ ਉਹਦੀ ਰਿਪਰੈਜ਼ੈਂਟੇਸ਼ਨ ਉਸ ਹਿਸਾਬ ਦੀ ਰਹੀ ਨਹੀਂ। ਉਹ ਇੱਕ ਪੰਜਾਬ ਦਾ ਇੱਕ ਮੂਲ ਹੈਗਾ ਕਿ ਉਹਦੇ 'ਚ ਖੁੱਲ੍ਹਾਪਣ ਹੈਗਾ, ਉਹਦੇ 'ਚ ਅਕੋਮੋਡੇਟ ਕਰਨ ਦੀ ਸਮਰੱਥਾ ਜ਼ਿਆਦਾ ਹੈ, ਇਸ ਕਰਕੇ ਉਹ ਨਜ਼ਰ ਆ ਜਾਂਦੀ ਹੈ ਚੀਜ਼। ਲੇਕਿਨ ਹਕੀਕਤ ਇਹ ਹੈ ਕਿ ਜਿਹੜੀ ਚੀਜ਼ ਪਾਵਰ ਵੱਲ ਲੈ ਕੇ ਜਾਂਦੀ ਹੈ ਉੱਥੋਂ ਦੀ ਉਹਨੂੰ ਵਾਂਝਾ ਰੱਖਿਆ ਗਿਆ। ਤਾਂ ਕਰਕੇ ਲੋਕਾਂ ਦੇ ਇੱਕ ਪਰਸਨਲ ਲੈਵਲ ਦੇ ਉੱਤੇ ਵੀ ਗਰਜਿਸ ਹੁੰਦੇ ਨੇ ਕਿ ਯਾਰ ਇਹ ਬੰਦੇ ਤਾਂ ਇਸ ਤਰ੍ਹਾਂ ਦੀ ਹੋਣਗੇ ਤਾਂ ਬਾਬਾ ਸਾਹਿਬ ਨਾਲ ਵੀ ਇਹਨਾਂ ਨੇ ਇਹ ਕੀਤਾ ਹੋਏਗਾ। ਬਿਲਕੁਲ ਜੀ, ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਜਿਹੜਾ ਮਿਸ ਇਨਫੋਰਮੇਸ਼ਨ ਆ ਜਿਹੜੀ ਉਹ ਕਿਵੇਂ ਸਥਾਪਿਤ ਕੀਤੀ ਜਾਂਦੀ ਆ, ਕਿਵੇਂ ਮਤਲਬ ਜਿਵੇਂ ਤੁਸੀਂ ਕਹਿੰਦੇ ਵੀ ਮੁਸਲਮਾਨ बन जाओ कोई दिक्कत नहीं, पर सिख बनने तो शायद सारे दिक्कत सी। तो मैं आपसे जो सवाल करना चाहता हूँ कि आज का जो भारत है, भारत में दलितों पर भी जुल्म हो रहे हैं, जो यहाँ की माइनॉरिटीज़ हैं उनके ऊपर लगातार जुल्म हो रहे हैं। तो इस सारे पीरियड में देखा जाए तो आम तौर पर देखा गया कि जब किसी मुसलमान को पीटा जाता है, उसे दरख्त से बांध के, या दलित जो आम दलित था उसे पीटा जाता है, तो वो मार खा रहा उसकी वीडियोस आती हैं। लेकिन सिख, वो ये नहीं पता कि वो दलित है या कौन सी जात का है, चाहे वो दिल्ली में हो चाहे कहीं पर भी उसकी वीडियोस आती हैं, वो फाइट करता है। तो उसके बाद जो फार्मर स्ट्रगल इसमें एक यहाँ की गवर्नमेंट जो है वो फासिस्ट गवर्नमेंट को जिस तरह चैलेंज कर रहे हैं सिख, तो जो फ्यूचर है इस रीजन का, जो यहाँ पर, क्योंकि जो सिख समझते हैं कि जिस दिन खालसा पंथ की साजना की गई गुरु साहब के द्वारा, उन्होंने कहा कि जो ये जिन्हें नीचे दर्जे की जातें कहा जाता है, मैं इन सभी से चिड़ियों से मैं बाज तड़ाऊँ। मतलब ये अगर चिड़ियाँ इन्हें मानते हो तो अगर तुम बाज हो तो मैं तुम्हें इनसे हरवाऊँगा। तो वो किया भी गुरु साहब ने। तो आज भी जो समाज जहाँ है, तो आपको लग रहा है, आपको क्या लगता है कि फ्यूचर में दलित समाज, जैसे पंजाब का बड़ा दलित समाज सिख है, तो ये सारे रीजन जो खास करके भारत में जो दलित समाज है, अगर वो सिखी से जुड़ता है तो क्या कोई बड़ा इनकलाब इस धरती पे आ सकता है? देखिए, इससे मैं बिल्कुल सहमत हूँ और कोई शक नहीं कि सिखिज़्म में जो जज्बा है, जोश है और जो होश है और लड़ने का मजलूम तबके के लिए, वैसी बात किसी धर्म में नहीं आती। धर्म हमेशा सॉफ्ट हो जाते हैं। इवन आतंकी को भी देख के अत्याचार भी कर रहा है तो वो बोलते कि नहीं इसको माफ़ कर दो, इस तरह का रवैया अपनाते। सिखिज़्म का जो स्टैंड है बिल्कुल साफ है और वाकई इस स्टैंड की अन्याय से लड़ना है तो इसी स्टैंड की ज़रूरत है। अब रही बात कि इतना बड़ा दलित तबका क्या सिखिज़्म से आकर्षित हो पाएगा, ये अपने आप में कह पाना बड़ा कठिन है। उसका कारण ये है कि सिखिज़्म की, देखिए जहाँ तक कि आपकी लड़ने की बात है बहुत काबिल तारीफ़ है, लेकिन सिखिज़्म शायद जितना मैं समझा हूँ पंजाब के बाहर शुरू से प्रचार नहीं कर पाया है। वो एक तरह से एक भाषाई और एक क्षेत्रीय धर्म बन के रह गया है। तो वो जब तक चीज़ें टूटेगी नहीं तब तक सिखिज़्म बाहर नहीं जा सकता है। ये तो मुझे लगता है ऐसा। जी बिल्कुल गुरिंदर जी, ਤੁਹਾਡੇ ਤੇ ਮੈਂ ਇਹ ਸਵਾਲ ਲੈ ਕੇ ਆਉਣਾ ਕਿ ਫਿਊਚਰ ਜਿਹੜਾ ਆ, ਮਤਲਬ ਅੱਜ ਇੱਥੇ ਲਗਾਤਾਰ ਜ਼ੁਲਮ ਹੋ ਰਿਹਾ, ਇੱਕ ਫਾਸਿਸਟ ਗਵਰਨਮੈਂਟ ਆ ਲੋਕਾਂ ਨੂੰ ਦਬਾ ਰਹੀ ਆ, ਤਾਂ ਇੱਥੇ ਇਹ ਕਿਹਾ ਜਾਂਦਾ, ਮਤਲਬ ਆਮ ਤੌਰ ਤੇ ਪੰਜਾਬ ਦੇ ਵਿੱਚ ਇਹ ਗੱਲ ਸੀ ਵੀ ਜੱਟ ਤੇ ਮਜ਼੍ਹਬੀ ਜਿਹੜਾ ਆ ਜੇ ਉਹਦੀ ਯਾਰੀ ਹੋ ਜੇ, ਮਤਲਬ ਇਹ ਕਿਉਂਕਿ ਜਿੱਥੇ ਜਾਤ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਵੀ ਉਹ ਸਭ ਤੋਂ ਤਗੜੀ ਯਾਰੀ ਆ, ਵੀ ਉਹ ਮਤਲਬ ਕੋਈ ਉਹਨਾਂ ਨੂੰ ਹਰਾ ਨਹੀਂ ਸਕਦਾ। ਤੇ ਇੱਥੇ ਇਹ ਗੱਲ ਆ ਵੀ ਜਿਹੜੀਆਂ ਉਹ ਜਾਤਾਂ ਸੀ, ਜਿਹੜੀਆਂ ਕਿ ਮਿਹਨਤਕਸ਼ ਜਾਤਾਂ ਸੀ ਸਾਰੀਆਂ, ਉਹ ਗੁਰੂ ਸਾਹਿਬ ਦੇ ਨਾਲ ਜੁੜੀਆਂ, ਉਹਨਾਂ ਨੇ ਸਿੱਖੀ ਨੂੰ ਧਾਰਨ ਕੀਤਾ ਤੇ ਇੱਥੇ ਇੱਕ ਬੜਾ ਇਨਕਲਾਬ ਲੈ ਕੇ ਆਏ ਉਹ।
ਤਾਂ ਅੱਜ ਪੰਜਾਬ ਦੇ ਵਿੱਚ ਥਾਂ ਪਰ ਥਾਂ ਇਹ ਦੇਖਣ 'ਚ ਆ ਰਿਹਾ ਕਿ ਕਾਸਟ ਦੀ ਆਈਡੈਂਟਿਟੀ ਨੂੰ ਉਭਾਰ ਕੇ ਕਿਤੇ ਸਿੱਖੀਜ਼ਮ ਦੇ ਨਾਲ ਕਲੈਸ਼ ਕਰਾਉਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਜਿਵੇਂ ਬੀਜੇਪੀ ਵਾਰ-ਵਾਰ ਇਸ ਗੱਲ ਨੂੰ ਉਭਾਰ ਰਹੀ ਹੈ ਕਿ ਪੰਜਾਬ 'ਚ ਇਸ ਜਾਤ ਦਾ ਸੀਐਮ ਹੋਵੇ, ਇਸ ਜਾਤ ਦਾ ਆਹ ਹੋਵੇ, ਸਾਰੀਆਂ ਮੇਨਸਟ੍ਰੀਮ ਪਾਰਟੀਜ਼ ਉਸ ਗੱਲ 'ਤੇ ਲੱਗੀਆਂ। ਤਾਂ ਜਿਵੇਂ ਇਹ ਜਾਤ ਦੀ ਆਈਡੈਂਟਿਟੀ ਨੂੰ ਉਭਾਰਿਆ ਜਾ ਰਿਹਾ, ਤਾਂ ਤੁਹਾਨੂੰ ਉਹ ਕਿਹੋ ਜਿਹਾ ਚੈਲੰਜ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ, ਜਾਂ ਖਾਸ ਕਰਕੇ ਕੀ ਇਹਦੇ 'ਚੋਂ ਕੁਛ ਸੱਚਮੁੱਚ ਦੇ ਵਿੱਚ ਦਬੇ ਕੁਚਲੇ ਲੋਕਾਂ ਲਈ ਨਿਕਲ ਸਕਦਾ ਹੈ? ਇਹ ਸਵਾਲ ਮਤਲਬ ਜਿਹੜਾ ਹੈਗਾ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਮੈਂ ਉਹਨੂੰ ਕਰੂੰਗਾ ਕਿ ਪੂਰੇ ਦਾ ਪੂਰਾ ਜਿਹੜਾ ਦਲਿਤ ਭਾਈਚਾਰਾ ਹੈਗਾ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ, ਉਹਨੂੰ ਜਿੰਨੀ ਵੀ ਜਿਵੇਂ ਵੀ ਥਾਵਾਂ ਜਿੱਥੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਚਾਹੀਦਾ ਉੱਥੇ ਕਿਉਂਕਿ ਹੈ ਨਹੀਂ, ਤਾਂ ਕਈ ਵਾਰੀ ਜਿਹੜੀ ਚੀਜ਼ ਦੀ ਸਭ ਤੋਂ ਵੱਧ ਘਾਟ ਹੁੰਦੀ ਹੈ ਸਾਨੂੰ ਉਹੀ ਸਭ ਤੋਂ ਵੱਡੀ ਲੱਗਣ ਆਉਂਦੀ ਕਿ ਰਿਪਰੈਜ਼ੈਂਟੇਸ਼ਨ ਹੋਵੇ। ਉਸ ਨਾਤੇ ਇਹ ਚੀਜ਼ ਜਿਹੜੀ ਹੈਗੀ ਆ ਆਉਂਦੀ ਹੈ ਦਿਮਾਗ 'ਚ ਯਾਰ ਕਿ ਲੰਬੇ ਸਮੇਂ ਤੋਂ ਸਾਡਾ ਭਲਾ ਇਹਨਾਂ ਲੋਕਾਂ ਦੁਆਰਾ ਨਹੀਂ ਹੋਇਆ ਕਿ ਸਾਡਾ ਬੰਦਾ ਜੇਕਰ ਸੀਐਮ ਬਣਦਾ ਤਾਂ ਉਹ ਸ਼ਾਇਦ ਸਾਡਾ ਭਲਾ ਕਰੇਗਾ, ਸਾਡੇ ਹੱਕ ਦੀ ਸਕੀਮਾਂ ਬਣਾਏਗਾ, ਪਾਲਿਸੀਜ਼ ਬਣਾਏਗਾ। ਲੇਕਿਨ ਇਹ ਵੀ ਇੱਕ ਸੱਚ ਹੈ ਕਿ ਇੱਥੇ ਦਾ ਜਿਹੜਾ ਬ੍ਰਾਹਮਣਵਾਦੀ ਤੰਤਰ ਹੈ ਉਹ ਹਰ ਇੱਕ ਚੀਜ਼ ਨੂੰ ਫੜ ਲੈਂਦਾ। ਹੁਣ ਜਿਵੇਂ ਕਿ ਕਾਂਗਰਸ ਨੇ ਜਿਹੜਾ ਹੈਗਾ ਉੱਥੇ ਬਣਾਇਆ ਹੈਗਾ ਸੀਐਮ, ਹੁਣ ਅਸੀਂ ਇਹ ਥੋੜ੍ਹੀ ਨਾ ਕਹਿ ਸਕਦੇ ਹਾਂ ਕਿ ਮਤਲਬ ਹੁਣ ਸਾਰਾ ਕੁਝ ਬਦਲ ਜਾਏਗਾ ਜਾਂ ਅਚਾਨਕ ਤੋਂ ਦਲਿਤਾਂ ਦਾ ਜਿਹੜਾ ਭਲਾ ਹੋਣਾ ਸ਼ੁਰੂ ਹੋ ਜਾਏਗਾ। ਉਹ ਮੈਨੂੰ ਲੱਗਦਾ ਕਿ ਟੋਕਨ ਹੁੰਦਾ ਹੈ ਉਹ ਇੱਕ, ਅਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਇਸ ਤਰ੍ਹਾਂ ਤਾਂ ਸਾਡੇ ਰਾਸ਼ਟਰਪਤੀ ਜਿਹੜੇ ਹੈ ਕੋਵਿੰਦ, ਉਹ ਵੀ ਜਿਹੜੇ ਹੈਗੇ ਨੇ ਇਸ ਸਮਾਜ ਤੋਂ ਆਉਂਦੇ ਨੇ, ਲੇਕਿਨ ਅਸੀਂ ਦੇਖਦੇ ਹਾਂ ਸਾਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਉਸ ਪਾਸੇ ਨੂੰ। ਮੇਰਾ ਪਰਸਨਲ ਤੌਰ 'ਤੇ ਕਹਿਣਾ, ਮੈਂ ਇੱਕ ਮਤਲਬ ਨਿੱਜੀ ਤੌਰ 'ਤੇ ਇੱਥੇ ਮੇਰਾ ਬਿਲਕੁਲ ਮੈਨੂੰ ਲੱਗਦਾ ਕਿ ਸਾਨੂੰ ਫਾਈਨਲੀ ਇਹ ਦੇਖਣਾ ਹੁੰਦਾ ਕਿ ਕਿਸੇ ਵੀ ਕੌਮ ਨੂੰ ਇਹ ਦੇਖਣਾ ਚਾਹੀਦਾ ਕਿ ਲਾਇਕ ਹੋਣਾ ਚਾਹੀਦਾ, ਜਿਹੜਾ ਸਾਡਾ ਪ੍ਰਤੀਨਿਧ ਕਰ ਰਿਹਾ ਉਹ ਲਾਇਕ ਹੋਵੇ, ਉਹ ਜਾਤ ਪਾਤ ਤੋਂ ਮੁਕਤ ਹੋਵੇ, ਉਹ ਇੱਕ ਮਨੁੱਖਤਾ ਦੀ ਗੱਲ ਕਰਦਾ ਹੋਵੇ। ਉਹ ਕੋਈ ਵੀ ਹੋ ਸਕਦਾ ਹੈ, ਮਨੁੱਖਤਾ ਦੀ ਗੱਲ ਕਰਦਾ ਹੈ ਜਿਹੜਾ, ਠੀਕ ਹੈ। ਤਾਂ ਪੰਜਾਬ ਦੇ ਫੈਬਰਿਕ ਦੇ ਵਿੱਚ ਜੇਕਰ ਉਹਦੀ ਗੱਲ ਇਸ ਨੂੰ ਤਾਂ ਥੋੜ੍ਹਾ ਜਿਹਾ ਸਾਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ। ਜਿਹੜੀ ਉੱਥੇ ਦੀ ਲੀਡਰਸ਼ਿਪ ਰਹੀ ਹੈ ਜਾਂ ਉੱਥੇ ਦੇ ਜਿਹੜੇ ਕਿ ਉਹ ਲੋਕ ਜਿਹੜੇ ਕਿ ਰੱਜੇ ਪੁੱਜੇ ਹੈਗੇ ਨੇ, ਜਾਂ ਜਿਹੜਾ ਕਿ ਬਾਹਰ ਵੀ ਜਾਂਦੇ ਨੇ, ਆਪਣੇ ਚੰਗਾ ਪੜ੍ਹ ਲਿਖ ਜਾਂਦੇ ਨੇ, ਜ਼ਮੀਨਾਂ ਵਾਲੇ ਨੇ ਅਤੇ ਚੰਗੀ ਫੈਸਿਲਿਟੀਜ਼ ਲੈ ਰਹੇ ਨੇ, ਉਹ ਇੱਕ ਜਿਹੜਾ ਸਮਾਜ ਜਿਹੜਾ ਹੈਗਾ ਉਹਨਾਂ ਨੂੰ ਸੋਚਣਾ ਪਏਗਾ ਕਿ ਮੈਨੂੰ ਜੇਕਰ ਪੰਜਾਬ ਨੂੰ ਉਹ ਕਰਨਾ ਤਾਂ ਇੱਥੇ ਦੇ ਪੰਜਾਬੀ ਬਸ਼ਿੰਦੇ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਨੇ, ਮੈਂ ਉਹਨਾਂ ਨੂੰ ਇੱਕ ਵੱਡੇ ਫੋਲਡ ਨੂੰ ਮੈਂ ਕਿਵੇਂ ਐਡਰੈਸ ਕਰਾਂ। ਤਾਂ ਉਹਦੇ ਵਿੱਚ ਸਾਨੂੰ ਜਾਣ ਦੀ ਲੋੜ ਹੈਗੀ ਹੈ। ਉਹਦੇ 'ਚ ਹੁਣ ਨਾ ਬਾਦਲ ਚੰਗੇ ਉਤਰੇ, ਨਾ ਅਮਰਿੰਦਰ ਸਿੰਘ ਚੰਗੇ ਉਤਰੇ। ਮੈਂ ਬਾਦਲ ਦਾ ਨਾਂ ਲੈ ਰਿਹਾ, ਮੈਂ ਅਕਾਲੀ ਦਲ ਦਾ ਨਾਂ ਨਹੀਂ ਲੈ ਰਿਹਾ, ਕਿਉਂਕਿ ਮੈਂ ਅਕਾਲੀ ਦਲ ਨੂੰ 1920 ਦੇ ਤੋਂ ਬਾਅਦ ਜਿਹੜੇ ਮੋਰਚੇ ਲਾਏ ਮੈਂ ਉਹਨਾਂ 'ਚ ਵੀ ਦੇਖਦਾ ਹੈਗਾ, ਜਿੱਥੇ ਉਹਨਾਂ ਨੇ ਬਹੁਤ ਵੱਡਾ ਆਪਣੀ ਰੋਲ ਅਦਾ ਕੀਤਾ, ਜਿਹੜਾ ਕਿ ਬਹੁਤ ਇਤਿਹਾਸਿਕ ਹੈ। ਲੇਕਿਨ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ 6 ਮਹੀਨੇ ਸੀਐਮ ਬਣ ਰਿਹਾ, ਫਿਰ ਬਾਅਦ ਦੇ ਵਿੱਚ ਬੀਜੇਪੀ 'ਚ ਚਲੇ ਜਾਣਾ, ਠੀਕ ਹੈ। ਸਾਡਾ ਇੱਕ ਸਾਡੇ ਪੰਜਾਬ ਨੂੰ ਸਮਝਣਾ ਮੈਨੂੰ ਲੱਗਦਾ ਕਿ ਇੱਕ ਸੁਖਾਲੀ ਗੱਲ ਨਹੀਂ ਹੈ। ਮੈਨੂੰ ਇਹ ਅਕਸਰ ਬਾਹਰ ਦੇ ਲੋਕਾਂ ਦੁਆਰਾ ਸਵਾਲ ਪੁੱਛਿਆ ਜਾਂਦਾ ਕਿ ਪੰਜਾਬ ਦੇ ਵਿੱਚ ਬਸਪਾ ਦਾ ਉਹ ਕਿਉਂ ਨਹੀਂ ਹੋਇਆ ਹੈਗਾ, ਜਾਂ ਉੱਥੇ 33% ਹੈਗੀ ਆਬਾਦੀ, ਉਹਨਾਂ ਦਾ ਕਿਉਂ ਨਹੀਂ ਬਣਿਆ। ਮੈਂ ਇਹੀ ਗੱਲ ਕਹਿੰਦਾ ਕਿ ਯਾਰ ਸਾਡੇ ਕੋਲ ਸੂਬਾ ਲਹਿਰ ਚੱਲੀ, ਉਸ ਤੋਂ ਬਾਅਦ ਸਾਡਾ ਮਤਲਬ 84 ਦਾ ਸਾਡਾ ਹੋ ਗਿਆ, ਮਤਲਬ 11-12 ਸਾਲ ਸਾਡੇ ਇਹਦੇ 'ਚ ਲੰਘੇ, 95 ਜਾ ਕੇ, ਅਤੇ ਉਸ ਤੱਕ ਤਾਂ ਮੀਡੀਆ ਵੀ ਬੜਾ ਵੱਡਾ ਹੋ ਚੁੱਕਿਆ ਸੀਗਾ ਅਤੇ ਸੈਂਟਰ ਨੇ ਪਕੜ ਆਪਣੀ ਚੰਗੀ ਬਣਾ ਲਈ ਸੀ, ਫੈਡਰਲ ਸਟਰਕਚਰ ਕੋਲੈਪਸ ਕਰ ਗਿਆ ਸੀਗਾ ਲਗਭਗ। ਤਾਂ ਇਹਦੇ 'ਚ ਤੁਸੀਂ ਕੀ ਮੰਨਦੇ ਹੋ ਕਿ ਨੈਰੇਟਿਵ ਤਾਂ ਪਾਵਰਫੁਲ ਲੋਕਾਂ ਦੇ ਚੱਲਦੇ ਹੈ, ਉਹਨਾਂ ਦੇ ਜਿਹੜੇ ਹੈਗੇ ਨੇ ਉਹ ਸੁੱਟਦੇ ਨੇ ਅਤੇ ਉੱਥੇ ਪੇੜ ਦਰਖਤ ਉੱਗ ਜਾਂਦੇ ਨੇ, ਬੀਜ ਸਾਨੂੰ ਸਿੰਜਣਾ ਪੈਂਦਾ, ਸਾਨੂੰ ਪਸੀਨਾ ਬਹਾਉਣਾ ਪੈਂਦਾ, ਸਾਨੂੰ ਤਾਂ ਵੀ ਕੁਝ ਨਹੀਂ ਮਿਲਦਾ ਹੈਗਾ। ਮੈਨੂੰ ਲੱਗਦਾ ਕਿ ਇੱਕ ਲਾਰਜਰ ਕੈਨਵਾਸ ਦੇ ਉੱਤੇ ਦੇਖਣ ਦੀ ਜ਼ਰੂਰਤ ਹੈ। ਉਸ ਲਾਰਜਰ ਕੈਨਵਾਸ ਤੋਂ ਮੈਂ ਇਹ ਗੱਲ ਬੜੇ ਪੱਕੇ ਤੌਰ 'ਤੇ ਕਹਿ ਸਕਦਾ ਕਿ ਸਾਨੂੰ ਚੰਗੇ ਨੇਤਾ ਦੀ ਲੋੜ ਹੁੰਦੀ ਹੈ। ਸਾਨੂੰ ਇਸ ਤਰੀਕੇ ਦੇ ਨਾਲ ਤਾਂ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਲਿਤ ਨਹੀਂ ਸੀਗੇ, ਗੁਰੂ ਨਾਨਕ ਦੇਵ ਜੀ ਦਲਿਤ ਨਹੀਂ ਸੀਗੇ, ਮਤਲਬ ਆਈ ਐਮ ਸੌਰੀ ਟੂ ਸੇ, ਮਤਲਬ ਮੈਂ ਇਹ ਗੱਲ ਕਹਿ ਰਿਹਾ, ਆਈ ਸ਼ੁੱਡ ਨਾਟ ਸੇ ਦੈਟ। ਲੇਕਿਨ ਇੱਕ ਗੱਲ ਤਾਂ ਹੈ ਨਾ ਇਹ ਕਿ, ਲੇਕਿਨ ਮੈਨੂੰ ਤਾਂ ਉਹ ਮਤਲਬ ਜਿਹੜੇ ਗਰੀਬ ਗੁਰਬੇ ਹੈਗੇ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਚਿੜੀਓ ਸੇ ਸੰਗ ਬਾਤ ਸੁਣਾਉ ਤਭੀ ਗੋਬਿੰਦ ਸਿੰਘ ਨਾਮ ਕਹਾਉ, ਅਤੇ ਇਹ ਜਿਹੜੀ ਸਾਡੀ ਪੂਰੀ ਫਿਲਾਸਫੀ ਹੈ, ਲੋਕਾਂ ਦਾ ਇੱਕ ਨਾ ਕੇਵਲ ਇਹ ਸ਼ਰਧਾ ਹੈ ਉਹਨਾਂ ਦੀ, ਜਾਂ ਉਹਨਾਂ ਦਾ ਇੱਕ ਮੈਨੂੰ ਲੱਗਦਾ ਕਿ ਉਹ ਇੱਕ ਵੇ ਆਫ ਲਾਈਫ ਹੈ ਕਿ ਇਸ ਤਰ੍ਹਾਂ ਦਾ ਹੁੰਦਾ ਹੈ। ਦਿਸ ਇਜ਼ ਹਾਊ ਲੀਡਰਸ਼ਿਪ ਸ਼ੁੱਡ ਬੀ। ਮਤਲਬ ਆਈ ਐਮ ਨਾਟ ਸੇਇੰਗ ਕਿ ਲੀਡਰ ਸਾਡੇ ਉਹ ਬਹੁਤ ਵੱਡੇ ਰਹਿਬਰ ਨੇ, ਇਹ ਇੱਥੋਂ ਤੋਂ ਲੋਕੀ ਟੁੱਟੇ ਨੇ ਕਿਉਂਕਿ ਜ਼ਿਆਦਾਤਰ ਸੋਚ ਪੋਲੀਟਿਕਸ ਦੇ ਇਨ ਐਂਡ ਅਰਾਊਂਡ ਘੁੰਮਦੀ ਹੈ। ਇੰਨੀ ਜ਼ਿਆਦਾ ਨੈਰੋ ਹੋ ਚੁੱਕੀ ਹੈ ਕਿ ਜਦੋਂ ਨੋਟਾਂ ਹੁੰਦੀਆਂ ਤਾਂ 5-6 ਮਹੀਨੇ ਪਹਿਲਾਂ ਉਹ ਕਿਹਨੂੰ ਸੀਟ ਮਿਲ ਰਹੀ ਹੈ, ਫਲਾਣੀ ਟਿਕਟ ਕਿਹਨੂੰ ਮਿਲ ਰਹੀ ਹੈ, ਉਹਦੇ ਇੰਨੇ ਕੁ ਹੈਗੇ ਨੇ, ਇੰਨੀ ਕੁ ਬਰਾਦਰੀਆਂ ਹੈਗੀਆਂ ਉੱਥੇ, ਸੈਣੀਆਂ ਦਾ ਉੱਥੇ ਇੰਨਾ ਕੁ ਉਹਨਾਂ ਦਾ ਹੈਗਾ, ਇਹਨਾਂ ਦਾ ਜੇਕਰ ਵੋਟਾਂ ਆ ਗਈਆਂ ਤਾਂ ਆਪਣੇ ਜਿੱਤ ਗਏ। ਇਸ ਤਰੀਕੇ ਦੇ ਨਾਲ ਨਹੀਂ ਚੱਲਦਾ। ਸਾਨੂੰ ਵੱਡੇ ਲਾਰਜਰ ਕੰਟੈਕਸਟ 'ਚ ਦੇਖਣਾ ਪੈਣਾ ਹੈਗਾ ਕਿ ਪੰਜਾਬ ਦਾ ਜਿਹੜਾ ਮਸਲਾ ਹੈਗਾ ਉਹ ਪਾਣੀਆਂ ਦਾ ਵੀ ਮਸਲਾ ਹੈਗਾ, ਉਹ ਗਰੀਬਾਂ ਦਾ ਵੀ ਮਸਲਾ ਹੈਗਾ,
ਜੇਕਰ ਪੰਜਾਬ ਹੀ ਨਹੀਂ ਰਿਹਾ ਤਾਂ ਫਿਰ ਬਚਣਾ ਕਿਸੇ ਨੇ ਨਹੀਂ ਹੈਗਾ। ਮੈਂ ਉਸ ਐਂਗਲ ਤੋਂ ਮੈਂ ਇਹਨਾਂ ਨੂੰ ਵਾਚਦਾ। ਮੈਨੂੰ ਨਹੀਂ ਲੱਗਦਾ ਹੁਣ ਜਿਵੇਂ ਕਾਂਗਰਸ ਨੇ ਬਣਾਇਆ ਹੈਗਾ ਤੇ ਮੈਂ ਉਹਨਾਂ ਦਾ ਸਨਮਾਨ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਤਕੜੇ ਸੰਘਰਸ਼ ਕੀਤੇ ਨੇ, ਮਤਲਬ ਨਿੱਜੀ ਜ਼ਿੰਦਗੀ ਦੇ ਵਿੱਚ ਘਰੇ ਆਟਾ ਨਹੀਂ ਹੈਗਾ, ਕੁਝ ਨਹੀਂ ਹੈਗਾ, ਉਹ 'ਚ ਤਾਂ ਮੈਂ ਉਹਨਾਂ ਨਾਲ ਬਿਲਕੁਲ ਮੈਂ ਉਹਨਾਂ ਦੇ ਨਾਲ ਖੜਾ। ਮੈਂ ਗੱਲ ਵੱਕੜੀ ਪਾਊਂਗਾ, ਉਹਨਾਂ ਨੂੰ ਮੈਂ ਵਧਾਈ ਦਊਂਗਾ ਇਸ ਗੱਲ ਦੀ। ਲੇਕਿਨ ਜਿੱਥੋਂ ਤੱਕ ਇਹ ਕਿ ਉਹ ਕਾਂਗਰਸ ਦੇ ਹੈਗੇ ਨੇ ਤੇ ਕਾਂਗਰਸ ਨੇ ਇਹ ਸਾਬਿਤ ਕੀਤਾ ਹੈਗਾ, ਕਾਂਗਰਸ ਨੂੰ ਕੌਣ ਭੁੱਲ ਸਕਦਾ? 84 ਉਹਨੇ ਕਰਾਈ ਹੈ, ਉਹਦੇ ਸਮੇਂ 'ਚ ਹੋਈ ਹੈ ਸਭ ਕੁਝ। ਤੇ ਉਸ ਤੋਂ ਬਾਅਦ 95 ਤੱਕ ਦਾ ਜਿੰਨਾ ਵੀ ਸਾਡਾ ਸੂਰਤ ਹਾਲ ਹੈ, ਲੱਖਾਂ ਲੋਕੀ ਕੁਰਬਾਨ ਹੋਏ ਤੇ ਸਿੱਖਾਂ ਤੋਂ ਸਿੱਖਾਂ ਨੂੰ ਮਰਵਾਇਆ ਗਿਆ, ਮਤਲਬ ਉਹ ਤਾਂ ਕੋਈ ਵੀ ਨਹੀਂ ਭੁੱਲ ਸਕਦਾ। ਜਦੋਂ ਤੱਕ ਮਾਫੀ ਮੰਗ ਲੈਣਗੇ ਇਹ ਜਨਤਕ ਤੌਰ ਤੇ, ਫਾਂਸੀ ਦੇ ਦੇਣਗੇ ਉਹਨਾਂ ਨੂੰ ਜਾਂ ਜਿਵੇਂ ਵੀ ਹੈਗਾ ਜੋ ਸਿਸਟਮ ਕਹਿੰਦਾ ਸਾਰਿਆਂ ਨੂੰ ਉਹ ਕਰਨਗੇ, ਤਾਂ ਫਿਰ ਉਸ ਤੋਂ ਬਾਅਦ ਮੈਂ ਕਹਿ ਸਕਦਾ ਕਿ ਮਤਲਬ ਹੋ ਸਕਦਾ ਮੈਂ ਕੱਲ੍ਹ ਤੁਹਾਡੇ ਬਾਰੇ ਵੀ ਸੋਚਾਂ, ਬਈ ਕਾਂਗਰਸ ਦੇ ਇਹਨਾਂ ਬਾਰੇ ਵੀ ਸੋਚਾਂ। ਫਿਲਹਾਲ ਦੇ ਹੀ ਮੈਨੂੰ ਲੱਗਦਾ ਕਿ ਇਹ ਲੜਾਈ ਬੜੀ ਕੰਪਲੈਕਸ ਹੋ ਚੁੱਕੀ ਹੈ ਕਿਉਂਕਿ ਜਿੱਥੇ ਕਿ ਵੋਟ ਪੋਲੀਟਿਕਸ ਇੰਨੀ ਜ਼ਿਆਦਾ ਹੈਗੀ ਹੈ, ਜਿੱਥੇ ਕਿ ਕਾਸਟ ਪੋਲੀਟਿਕਸ ਬਣ ਗਈ ਹੈ। ਮਤਲਬ ਕਾਸ਼ੀ ਰਾਮ ਜੀ ਨੇ ਇਸ ਨੂੰ ਇੱਕ ਵੱਡੇ ਮੈਗਨੀਫਾਇਰ ਦੇ ਉੱਤੇ ਤਾਂ ਲਿੱਤਾ ਸੀਗਾ ਤਾਂ ਕਿ ਤੁਸੀਂ 85% ਜੇਕਰ ਲੋਕ ਇਕੱਠੇ ਹੁੰਦੇ ਨੇ ਤਾਂ ਤੁਸੀਂ ਬ੍ਰਾਹਮਣਵਾਦ ਨੂੰ ਚੰਗੀ ਟੱਕਰ ਦੇ ਸਕਦੇ ਹੋ ਕਿਉਂਕਿ ਤੁਹਾਡੀ ਇੱਕ ਬਾਈਨਰੀ ਬਣਦੀ ਹੈ। ਲੇਕਿਨ ਜੇਕਰ ਤੁਸੀਂ ਵਿਦਿਨ ਬਾਈਨਰੀ ਜਿਹੜੀ ਹੈਗੀ ਹੈ, ਵਿਦਿਨ ਬਹੁਜਨ ਕੈਟਾਗਰੀ, ਜੇਕਰ ਤੁਸੀਂ ਕਾਸਟ ਦੀ ਉਹ ਕਰਦੇ ਹੋ ਤਾਂ ਫਿਰ ਉਹਨਾਂ ਨੂੰ ਗਰਾਊਂਡ ਮਿਲ ਜਾਂਦਾ ਕਿ ਉੱਧਰੋਂ ਦੀ ਸਾਡੇ ਬੰਦਿਆਂ ਨੂੰ ਅਟਰੈਕਟ ਕਰਨ ਦਾ, ਹੈ ਨਾ। ਜਿਵੇਂ ਉਹਨਾਂ ਨੇ ਕਿਹਾ ਕਿ ਸਾਡਾ ਸੀਐਮ ਹੋਊਗਾ, ਨੈਰੇਟਿਵ ਤਾਂ ਠੀਕ ਸੀਗਾ ਇਹ, ਕਿਉਂਕਿ ਲੋਕੀ ਚਾਹ ਰਹੇ ਸੀਗੇ ਵੀ ਅਕਾਲੀਆਂ ਨੇ ਭਲਾ ਨਹੀਂ ਕੀਤਾ, ਕਾਂਗਰਸ ਨੇ ਭਲਾ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ, ਹੁਣ ਸਾਡਾ ਬੰਦੀ ਸ਼ਾਇਦ ਕਰੂਗਾ। ਲੇਕਿਨ ਉਹਨਾਂ ਨੇ ਉਸ ਇਮੋਸ਼ਨ ਨੂੰ ਇਹਨਾਂ ਨੇ ਟੈਪ ਕਰ ਲਿਆ, ਇਹਨਾਂ ਨੇ ਕੈਪਚਰ ਕਰ ਲਿਆ, ਇਹਨਾਂ ਨੇ ਕਮਰਸ਼ੀਅਲਾਈਜ਼ ਐਕਸਪਲੋਇਟ ਕੀਤਾ ਇਸ ਨੂੰ ਤੇ ਲੋਕੀ ਐਕਸਪਲੋਇਟ ਹੋ ਗਏ। ਤੇ ਮੈਨੂੰ ਲੱਗਦਾ ਕਿ ਇਹ ਇਸ ਤਰੀਕੇ ਦੇ ਨਾਲ ਹੁੰਦੀ ਹੈ। ਇਟਸ ਵੈਰੀ ਡਿਫੀਕਲਟ ਟੂ ਆਨਸਰ ਇਨ ਏ ਬਲੈਕ ਐਂਡ ਵਾਈਟ ਕਿਉਂਕਿ ਉਹਦੇ ਬਹੁਤ ਸਾਰੇ ਸ਼ੇਡਸ ਹੈਗੇ ਨੇ। ਮੈਨੂੰ ਲੱਗਦਾ ਕਿ ਫਾਈਨਲੀ ਐਂਟੀ ਕਾਸਟ ਜਿਹੜੀ ਮੂਵਮੈਂਟ ਹੈਗੀ ਹੈ ਉਹ ਸਾਨੂੰ ਉਹ ਕਰਵਾਏਗੀ। ਬਾਬਾ ਸਾਹਿਬ ਦੀ ਐਂਟੀ ਕਾਸਟ ਮੂਵਮੈਂਟ ਸੀਗੀ, ਕਾਸ਼ੀ ਰਾਮ ਸਾਹਿਬ ਨੇ ਕਾਸਟ ਨੂੰ ਯੂਜ਼ ਕੀਤਾ ਹੈ ਅਗੇਂਸਟ ਬ੍ਰਾਹਮਣ, ਬਟ ਹੀ ਵਾਜ਼ ਆਲਸੋ ਸੇਇੰਗ ਕਿ ਸਾਨੂੰ ਇਹ ਕਾਸਟ ਸਾਨੂੰ ਨਹੀਂ ਚਾਹੀਦੀ ਹੈਗੀ ਹੈ। ਐਂਡ ਇਨ ਦਾ ਸੇਮ ਵੇ ਸਿੱਖੀਜ਼ਮ ਜਿਹੜਾ ਹੈਗਾ ਉਹ ਐਂਟੀ ਕਾਸਟ ਹੈ। ਮੈਂ ਇਸ ਰੂਪ 'ਚ ਦੇਖਦਾ ਜੇ ਤਿੰਨੇ ਇਕੱਠੇ ਹੁੰਦੇ ਨੇ ਦੈਨ ਆਈ ਮੀਨ ਦੁਸ਼ਮਣ ਭਵਿੱਖ ਦੇ ਵਿੱਚ ਕੁਝ ਚੰਗਾ ਉਸਰ ਸਕਦਾ ਆ। ਤੁਸੀਂ ਇਹ ਗੱਲ ਜਿਹੜੀ ਆ ਉਹ ਕਹਿਣੀ ਚਾਹੁੰਦੇ? ਮੈਨੂੰ ਇਸ ਤੋਂ ਪਹਿਲਾਂ ਮੈਂ ਵੀ ਮਤਲਬ ਪੋਲੀਟਿਕਸ ਦੇ ਰੂਪ 'ਚ ਹੀ ਦੇਖ ਰਿਹਾ ਸੀ ਇਸ ਨੂੰ ਚੀਜ਼ਾਂ ਨੂੰ, ਕਿਉਂਕਿ ਇਹੀ ਹੁੰਦਾ ਕਿ ਬਸਪਾ ਦੀ ਸਰਕਾਰ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਜਾਂ ਹੋਰ। ਲੇਕਿਨ ਤੁਸੀਂ ਜਿਵੇਂ ਕਿਸਾਨ ਮੂਵਮੈਂਟ ਚੱਲ ਰਿਹਾ ਹੈਗਾ, ਸਾਡੇ ਡਾਇਲੌਗਸ ਨੇ ਸ਼ੁਰੂ ਹੋਏ, ਆਪਾਂ ਵੀ ਉੱਥੇ ਹੀ ਮਿਲੇ ਹਾਂ ਤੇ ਬਹੁਤ ਸਾਰੀ ਚੀਜ਼ਾਂ ਹੋਈਆਂ। ਪਿੱਛੇ ਜੁਝਾਰ ਸਿੰਘ ਜੀ ਖੜੇ ਨੇ, ਹੋਰ ਮਤਲਬ ਬਹੁਤ ਸਾਰੇ ਲੋਕ ਜਿਹੜੇ ਹੈ ਨਾ ਕਿ ਪੂਰੀ ਇੱਕ ਫੈਮਿਲੀ ਦੀ ਤਰ੍ਹਾਂ ਉੱਥੇ ਮਾਹੌਲ ਸੀਗਾ। ਜਦੋਂ ਉਹ ਪਲੇਟਫਾਰਮ ਕਿਸਾਨ ਅੰਦੋਲਨ ਨੇ ਦਿੱਤਾ ਤੇ ਉਸ ਤੋਂ ਬਾਅਦ ਸਾਨੂੰ ਇਹ ਦੇਖਣ 'ਚ ਮਿਲਿਆ ਕਿ ਜਦੋਂ ਡਾਇਲੌਗ ਹੋ ਰਿਹਾ, ਪਹਿਲੀ ਵਾਰੀ ਡਾਇਲੌਗ ਹੋ ਰਿਹਾ, ਅਦਰਵਾਈਜ਼ ਅਸੀਂ ਕਨਫਰੰਟ ਕਰ ਰਹੇ ਹਾਂ ਮੋਸਟਲੀ। ਜਦੋਂ ਡਾਇਲੌਗ ਹੋ ਰਿਹਾ ਤਾਂ ਮਤਲਬ ਉਹੀ ਵਾਲੀ ਗੱਲ ਹੈ ਕਿ ਮਤਲਬ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਅਮਨਦੀਪ ਸਿੰਘ ਜੀ ਨਾਲ। ਉਹ ਕਹਿੰਦੇ ਕਿ ਜਿਹੜਾ ਬੰਦਾ ਜਾਤ ਪਾਤ ਨੂੰ ਮੰਨਦਾ ਹੈ ਜਾਂ ਜਿਹੜਾ ਬੰਦਾ ਗਰੀਬ ਗੁਰਬੇ ਦੇ ਨਾਲ ਹੀ ਨਹੀਂ ਖੜਾ, ਉਹ ਤਾਂ ਸਿੱਖ ਹੀ ਨਹੀਂ ਹੈਗਾ, ਉਹ ਸਿੱਖ ਹੀ ਨਹੀਂ ਹੈਗਾ। ਤਾਂ ਜਿਹੜਾ ਬੰਦਾ ਸਿੱਖ ਕਹਿ ਰਿਹਾ ਆਪਣੇ ਆਪ ਨੂੰ, ਉਹ ਇਹ ਕਰੂਗਾ ਨਹੀਂ। ਇਹ ਤਾਂ ਕਹਿੰਦੇ ਕਿ ਸਾਡੀ ਡਿਊਟੀ ਇਹ ਹੈਗੀ ਹੈ ਕਿ ਸਾਨੂੰ ਕਾਸਟਲੈਸ ਸੁਸਾਇਟੀ ਇੱਕ ਜਿਹੜੀ ਸਿਰਜਣੀ ਹੈਗੀ ਹੈ, ਕਿਉਂਕਿ ਇਹਦਾ ਰੈਫਰੈਂਸ ਤਾਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ 'ਚ ਵੀ ਮਿਲਦਾ ਵੀ ਜਾਤ ਕਾ ਗਰਬ ਨਾ ਕੀਜੇ। ਤਾਂ ਇਹਦਾ ਮਤਲਬ ਜਿਹੜੀ ਜਾਤ ਜਿਹੜੀ ਹੈਗੀ ਹੈ ਇਹ ਕੰਪਲੈਕਸ ਚੀਜ਼ ਹੈਗੀ ਹੈ ਤੇ ਪੁਰਾਣੀ ਚੱਲੀ ਆ ਰਹੀ ਹੈ। ਇਹਨੇ ਬਹੁਤ ਸਾਰੇ ਰੂਪ ਬਦਲੇ ਨੇ ਆਪਣੇ ਤੇ ਹੁਣ ਟੋਟਲ ਪੋਲੀਟਿਕਸ 'ਚ ਵੜ ਚੁੱਕਿਆ ਇਹ। ਉੱਥੇ ਹੁਣ ਸੋਸ਼ਲ ਫੈਬਰਿਕ ਜਿਹੜੇ ਹੈਗੇ ਨੇ ਉਹਦੇ 'ਚ ਸਾਨੂੰ ਇਹ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਮਾੜੀਆਂ ਨਜ਼ਰ ਆ ਰਹੀਆਂ। ਭਵਿੱਖ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਨੇ ਇੱਕ ਚੰਗੀ ਉਹ ਦਿੱਤੀ ਹੈ ਕਿ ਲੰਮੇ ਸਮੇਂ ਤੱਕ ਕਿਵੇਂ ਖੜਿਆ ਜਾ ਸਕਦਾ ਤੇ ਕਿਵੇਂ ਨਹੀਂ ਝੁਕਿਆ ਜਾ ਸਕਦਾ। ਕਿਸ ਤਰੀਕੇ ਦੇ ਨਾਲ ਬਹੁਤ ਸਾਰੀ ਸਾਜ਼ਿਸ਼ਾਂ ਸੈਂਟਰ ਦੀਆਂ ਜਿਹੜੀਆਂ ਹੈਗੀਆਂ ਜਿਵੇਂ ਕਿ ਪੂਰੇ ਲੱਗੇ ਹੋਏ ਨੇ, ਉਸ ਦੇ ਬਾਵਜੂਦ ਵੀ ਜੇਕਰ ਉਹ ਟਿਕੇ ਹੋਏ ਨੇ, ਇੱਕ ਬੜੀ ਵੱਡੀ ਚੀਜ਼ ਹੈ ਕਿ ਮਤਲਬ ਸਾਡੇ ਸਾਹਮਣੇ ਕਿਸ ਤਰ੍ਹਾਂ ਦੀ ਐਗਜ਼ਾਮਪਲ ਹੈ ਜਿਹੜੀ ਕਿ ਇੱਕ ਪੈਰਲਲ ਇਸ ਸਿਸਟਮ ਦੇ ਚੱਲ ਰਹੀ ਹੈ, ਜਿੱਥੇ ਕਿ ਲੰਗਰ ਚੱਲ ਰਹੇ ਨੇ, ਜਿੱਥੇ ਕਿ ਹਸਪੀਟਲ ਨੇ, ਜਿੱਥੇ ਸਾਰਾ ਕੁਝ ਹੋ ਰਿਹਾ। ਮੈਨੂੰ ਲੱਗਦਾ ਕਿ ਇੱਕ ਵਾਰੀ ਗੁਰਦੀਪ ਨੇ ਇਹ ਗੱਲ ਕਹੀ ਵੀ ਸੀ ਕਿ ਸ਼ੁਰੂਆਤ ਜਦੋਂ ਆਏ ਸੀਗੇ ਅਸੀਂ ਤੇ ਕਹਿੰਦੇ ਕਿ ਮਤਲਬ ਕਿਸੇ ਨੇ ਕਿਹਾ, ਕਹਿੰਦੇ ਕਿ ਬੇਗਮਪੁਰਾ ਵਸ ਗਿਆ ਇੱਥੇ ਰਵਿਦਾਸ ਜੀ ਦਾ। ਦੈਟਸ ਆਈ ਮੀਨ ਇਹ ਤਾਂ ਹੋਪਸ ਨੇ, ਹੋਪਸ ਤੋਂ ਬਿਨਾਂ ਤਾਂ ਇਨਸਾਨ ਹੈ ਨਹੀਂਗਾ। ਮੈਨੂੰ ਲੱਗਦਾ ਕਿ ਐਂਡ ਵੀ ਆਰ ਵੈਰੀ ਹੋਪਫੁਲ ਡੈਫੀਨੇਟਲੀ। बिल्कुल जी, तुसी ਜਿਹੜੀ ਗੱਲ ਕੀਤੀ आखिरी सवाल जो है मेरा वो यही है कि जैसे गुरिंदर जी ने बात की है कि कास्टलेस सोसाइटी की, नो कास्ट, देयर इज़ नो कास्ट। तो आज एक बड़ा दुविधा जो है, जो एक्टिविज़म भी कर रहे हैं, उन लोगों में भी देखने में आती है कि वो कास्ट की एनिहिलेशन की बात तो करते हैं लेकिन कास्ट की आइडेंटिटी को मजबूत करते जा रहे हैं हम उस बात में। तो वो कैसे इससे बच सकते हैं? कैसे हम कास्ट की जो आइडेंटिटी है उसे ख़त्म करने की तरफ हम बढ़ सकते हैं? नहीं, देखिए, कास्ट की जो पूरी लड़ाई, जैसे बाबा साहब ने कहा था कि अगर इस देश की समस्याओं से लड़ना है और हम जाति के माध्यम से लड़ेंगे तो हम कभी सफल नहीं हो सकते।
तो कास्ट आइडेंटिटी भली शुरुआत में आपको थोड़ी बहुत सफलता दिला सकती है, बाद में बड़ी नुकसानदायक होगी। जैसे अगर हम बहुजन आंदोलन को भी देखते हैं, अलग अलग जाति का एक एक लीडर उठा के बहुत सारी जातियों को इकट्ठा कर लिया, कुछ समय के लिए इकट्ठी रही, बाद में क्या हुआ, सब बोलने लगे कि मेरा लीडर सबसे बड़ा, मेरा संत सबसे बड़ा, मेरा गुरु सबसे बड़ा, आपका छोटा। तो वो परेशानी होती है। इसके लिए कास्ट की लड़ाई अगर जाति खत्म करना है तो जाति विहीन समाज ही बनाना पड़ेगा, और जाति के आधार पर लड़ाई नहीं की जा सकती। और सबसे बड़ा अगर हमको जीतना है तो अंतरजातीय विवाह और दूसरा चीज कहूँगा धर्मांतरण, ये 2 चीज ही जाति को खत्म कर सकती एक साथ ਹੋ ਜਬ तो। ਬਿਲਕੁਲ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ। ਤੁਸੀਂ ਜਿਹੜੇ ਆਪਣੇ ਵਿਚਾਰ ਨੇ ਇਹ ਲਗਾਤਾਰ ਲਿਖਣ ਦਾ, ਪੜ੍ਹਨ ਦਾ ਜਿਹੜਾ ਕੰਮ ਆ ਇਹ ਦੋਵੇਂ ਕਰਦੇ ਰਹਿੰਦੇ ਨੇ, ਖਾਸ ਕਰਕੇ ਇਹਨਾਂ ਮਸਲਿਆਂ ਦੇ ਉੱਤੇ, ਕਿਉਂਕਿ ਇਹ ਇੱਕ ਬਹੁਤ ਖਤਰਨਾਕ ਸੱਚਾਈ ਹੈ ਸਮਾਜ ਦੀ ਕਿ ਜਿੱਥੇ ਬੰਦੇ ਨੂੰ ਉਸਦੇ ਜਨਮ ਤੋਂ ਹੀ ਇਹ ਨੀਅਤ ਕਰ ਦਿੱਤਾ ਜਾਂਦਾ ਆ ਕਿ ਇਹ ਫਲਾਣੀ ਜਾਤ ਦਾ, ਇਹ ਨੀਵੀਂ ਜਾਤ ਦਾ ਆ, ਇਹਦੇ ਨਾਲ ਇਹੋ ਜਿਹਾ ਹੀ ਵਿਹਾਰ ਕੀਤਾ ਜਾ ਸਕਦਾ ਆ। ਤਾਂ ਲਗਾਤਾਰ ਜਦੋਂ ਤੋਂ ਕਹਿੰਦੇ ਆ ਕਿ ਮਨੁ ਸਿਮਰਤੀ ਹੋਂਦ ਚਾਹੀ ਆ, ਲਗਾਤਾਰ ਇਸ ਵਿਧਾਨ ਨੇ ਇੱਥੋਂ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਆ। ਪਰ ਇਹ ਵੀ ਇੱਕ ਸੱਚਾਈ ਹੈ ਕਿ ਇਸੇ ਖਿੱਤੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹ ਆਵਾਜ਼ ਦਿੱਤੀ ਅਤੇ 10ਵੇਂ ਪਾਤਸ਼ਾਹ ਨੇ ਮਤਲਬ ਇਹਨਾਂ ਸਾਰੇ ਵੀ ਇਨ ਸਿੱਖਣ ਕੋ ਨਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਤਾਂ ਇਹ ਸਾਰੇ ਲੋਕ ਜਿਹੜੇ ਕਿ ਵੱਖ-ਵੱਖ ਜਾਤਾਂ ਦੇ ਅਸੀਂ ਕਹਿ ਸਕਦੇ ਹਾਂ ਕਿ ਜਿਹਨਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਸੀ, ਉਹਨਾਂ ਨੂੰ ਵੱਡੇ ਜਰਨੈਲ ਬਣਾਇਆ। ਤੁਸੀਂ ਦੇਖੋ ਸਿੱਖ ਇਤਿਹਾਸ ਦਾ ਜੇ ਅਸੀਂ ਸਾਰੇ ਵਰਕੇ ਫਰੋਲਦੇ ਹਾਂ, 18ਵੀਂ ਸਦੀ ਦੇ ਵਿੱਚ ਬੜੇ ਇਹੋ ਜਿਹੇ ਭਾਈਚਾਰੇ ਜਾਂ ਇਹੋ ਜਿਹੀਆਂ ਬਾਹਮਣ ਵੱਲੋਂ ਸਥਾਪਿਤ ਕੀਤੀਆਂ ਜਾਤਾਂ ਸੀ ਜਿਹੜੀਆਂ ਕਿ ਬੜੀਆਂ ਨੀਵੀਆਂ ਮੰਨੀਆਂ ਜਾਂਦੀਆਂ ਸੀ। ਉਹਨਾਂ ਦੇ ਨਾਲ ਸੰਬੰਧ ਰੱਖਦੇ ਜਿਹੜੇ ਲੋਕ ਨੇ ਉਹ ਵੱਡੇ ਸਿੱਖਾਂ ਦੇ ਜਰਨੈਲ ਰਹੇ, ਸਾਰੀਆਂ ਸਿੱਖ ਫੌਜਾਂ ਦੀ ਅਗਵਾਈ ਕਰਦੇ ਰਹੇ। ਇਹ ਜਿਹੜਾ ਸਮਾਂ ਚੱਲ ਰਿਹਾ ਜਿੱਥੇ ਲਗਾਤਾਰ ਜ਼ੁਲਮ ਹੋ ਰਿਹਾ, ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਉਹ ਦਲਿਤ ਹੋਣ ਜਾਂ ਸਿੱਖ ਹੋਣ, ਤਾਂ ਅਜਿਹੇ ਵਿੱਚ ਜਿਹੜਾ ਵਿਚਾਰ ਆ, ਤਾਂ ਕਿਹੜਾ ਵਿਚਾਰ ਇੱਥੋਂ ਦੇ ਇਸ ਫਾਸ਼ੀਵਾਦੀ ਵਿਚਾਰ ਨੂੰ ਟੱਕਰ ਦੇ ਸਕਦਾ, ਉਹਦੇ ਲਈ ਸੋਚਣਾ ਅਤੇ ਉਹਦੇ 'ਤੇ ਕਾਰਜ ਕਰਨੇ ਬੜੇ ਜ਼ਰੂਰੀ ਨੇ। ਅਤੇ ਅੱਜ ਦਾ ਸਾਡਾ ਇਹ ਉਪਰਾਲਾ ਇਸੇ ਲਈ ਸੀ ਕਿ ਅਸੀਂ ਇਹਨਾਂ ਵਿਦਵਾਨਾਂ ਦੀ ਜਿਹੜੀ ਰਾਏ ਆ, ਵਿਚਾਰ ਨੇ, ਉਹ ਤੁਹਾਡੇ ਨਾਲ ਸਾਂਝੇ ਕਰ ਸਕੀਏ। ਅਤੇ TV 84 ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਗਲੀ ਵਾਰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮਸਲੇ 'ਤੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।